ਇਹਨਾਂ ਲੋਕਾਂ ਦੀ ਜਿਹੜੀ ਤਪੱਸਿਆ ਹੈਗੀ ਉਹ ਸਿਰੇ ਚੜ੍ਹਦੀ ਨਜ਼ਰ ਆ ਰਹੀ ਆ। ਬੂਰ ਪਿਆ ਇਸ ਤਪੱਸਿਆ ਨੂੰ। ਪਰ ਗੱਲ ਤਾਂ ਇੱਥੇ ਇਹ ਆਉਂਦੀ ਆ ਨਾ ਕਿ ਕਾਫੀ ਉਂਗਲਾਂ ਉੱਠਦੀਆਂ ਰਹੀਆਂ ਅੰਦੋਲਨ ਦੇ ਉੱਪਰ। ਕਦੇ ਅੰਦੋਲਨਕਾਰੀ ਕਿਹਾ, ਕਦੇ ਖਾਲਿਸਤਾਨੀ ਕਿਹਾ, ਬੜਾ ਕੁਛ ਕਹਿੰਦੇ ਰਹੇ। ਪਰ ਅੱਜ ਉਹੀ ਸਰਕਾਰ ਆਪਦੇ ਮੂੰਹ ਨਾਲ ਕਿਸਾਨ ਕਹਿ ਰਹੀ ਆ। ਸਾਨੂੰ ਕੀ ਨਹੀਂ ਕਿਹਾ ਮੋਦੀ ਨੇ? ਸਾਨੂੰ ਕਿਹਾ ਗੁੰਡੇ, ਸਾਨੂੰ ਕਿਹਾ ਖਾਲਿਸਤਾਨੀ, ਸਾਨੂੰ ਕਿਹਾ ਨਕਸਲਗੇ, ਸਾਨੂੰ ਕਿਹਾ ਕਾਂਗਰਸੀ, ਸਾਨੂੰ ਕਿਹਾ ਅੱਤਵਾਦੀ। ਮੈਨੂੰ ਨਹੀਂ ਲੱਗਦਾ ਕੋਈ ਅਜਿਹਾ ਸ਼ਬਦ ਰਹਿ ਗਿਆ ਹੋਵੇ ਜਿਹੜਾ ਬੀਜੇਪੀ ਨੇ ਸਾਨੂੰ ਨਹੀਂ ਕਿਹਾ ਹੋਵੇ, ਪਰ ਅਸੀਂ ਫਿਰ ਵੀ ਸ਼ਾਂਤ ਰਹੇ। ਸਾਰੀਆਂ ਜਥੇਬੰਦੀਆਂ ਇੱਕ ਪਾਸੇ ਨੇ ਤੇ ਗੁਰਨਾਮ ਸਿੰਘ ਚੜੂਨੀ ਇੱਕ ਪਾਸੇ ਨੇ। ਤਾਂ ਉਸ ਤੋਂ ਬਾਅਦ ਸ਼ਾਇਦ ਤੁਹਾਡੇ ਯਾਦ ਹੋਣਾ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਵੀ ਕਿਹਾ ਸੀ ਕਿ ਇੱਕ ਤਰ੍ਹਾਂ ਦੀਆਂ ਕਾਲੀਆਂ ਝੰਡੀਆਂ ਜਿਹੜੀਆਂ ਉਹ ਦਿਖਾਈਆਂ ਜਾਣਗੀਆਂ, ਗੁਰਨਾਮ ਸਿੰਘ ਚੜੂਨੀ ਨੂੰ ਵੀ ਸਵਾਲ ਕਰੇ ਜਾਣਗੇ। ਜਦੋਂ ਤੱਕ ਅੰਦੋਲਨ ਖਤਮ ਨਹੀਂ ਹੋ ਜਾਂਦਾ ਤਾਂ ਜਿਹੜੀ ਇਲੈਕਸ਼ਨਾਂ ਵਾਲੀ ਗੱਲ ਅਸੀਂ ਨਹੀਂ ਕਰਾਂਗੇ। ਗੁਰਨਾਮ ਸਿੰਘ ਚੜੂਨੀ ਦਾ ਕਾਫੀ ਆਧਾਰ ਆ ਜਿਹੜਾ ਪੰਜਾਬ ਦੇ ਵਿੱਚ ਦੇਖਦੇ ਆਂਗੇ। ਜਦੋਂ ਗੁਰਨਾਮ ਸਿੰਘ ਚੜੂਨੀ ਜਾਂਦੇ ਨੇ ਤਾਂ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠੇ ਹੋ ਜਾਂਦੇ ਨੇ। ਚੜੂਨੀ ਨੇ ਮਹਾਂ ਪੰਚਾਇਤ ਬੁਲਾਈ ਸੀ, ਮਹਾਂ ਪੰਚਾਇਤ ਦੇ ਵਿੱਚ 80 ਬੰਦੇ ਹਾਜ਼ਰ ਹੋਏ ਆ। ਕੀ ਇਹ ਬੇਇੱਜ਼ਤੀ ਨਹੀਂ ਸੰਯੁਕਤ ਮੋਰਚੇ ਦੀ? ਲੋਕਾਂ ਤੋਂ ਜੇਕਰ ਜਾਣਕਾਰੀ ਲੈਂਦੇ ਤਾਂ ਲੋਕ ਵੀ ਕਹਿੰਦੇ ਨੇ, ਕਿਉਂਕਿ ਉਹਨਾਂ ਨਾਲ ਵੀ ਉਹੀ ਲੋਕ ਜੁੜੇ ਹੋਏ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ। ਉਹ ਪਾਰਟੀਆਂ ਨਾਲ ਵੀ ਉਹੀ ਲੋਕ ਨੇ, ਉਹ ਪਾਰਟੀਆਂ ਨੂੰ ਵੋਟ ਵੀ ਉਹੀ ਲੋਕ ਪਾਉਂਦੇ ਨੇ ਜਿਹੜੇ ਇੱਥੇ ਆ ਕੇ ਦਿੱਲੀ ਦੇ ਬਾਰਡਰਾਂ 'ਤੇ ਸੇਵਾ ਵੀ ਕਰਦੇ ਨੇ, ਦਿੱਲੀ ਦੇ ਬਾਰਡਰਾਂ 'ਤੇ ਆ ਕੇ ਜਲ ਪਾਣੀ ਵੀ ਫੜਾਉਂਦੇ ਨੇ। ਦੇਖੋ ਜਿਹੜਾ ਆਵਾਮ ਹੈ ਨਾ, ਆਮ ਲੋਕ ਹੈ, ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਦੀ ਗੱਲ ਵੀ ਜਾਇਜ਼ ਹੈ। ਉਹ ਕਾਂਗਰਸ ਤੋਂ ਅੱਕੇ ਹੋਏ ਆ, ਉਹ ਬੀਜੇਪੀ ਤੋਂ ਅੱਕੇ ਹੋਇਆ, ਉਹ ਆਪ ਵਾਲਿਆਂ ਤੋਂ ਅੱਕੇ ਹੋਇਆ, ਉਹ ਬਦਲ ਚਾਹੁੰਦੇ ਆ। ਜਿਹੜਾ ਮੋਦੀ ਹੈ ਤਾਂ ਮੁਮਕਿਨ ਹੈ ਕਦੇ ਵੀ ਮਤਲਬ ਕੋਈ ਸੰਪਨ ਚ ਕੀ ਸਾਥੀ ਵਾਲਾ ਮੋਦੀ ਹੈ ਜੋ ਉਹਨੇ ਐਲਾਨ ਕਰਤਾ ਤੂੰ ਕਰਤਾ। ਉਹਨੂੰ ਹੱਥ ਜੋੜ ਕੇ ਪੂਰੇ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਪੈਂਦੀ ਹੈ। ਇਹ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਦੀ ਅਗਵਾਈ, ਠੀਕ ਅਗਵਾਈ, ਸੰਯੁਕਤ ਮੋਰਚੇ ਦੀ ਮਤਲਬ ਸਿਆਣਪ। ਔਰ ਮੋਦੀ ਨੂੰ ਮੈਂ ਅੱਜ ਵੀ ਕਹਿਣਾ ਹੈ ਕਿ ਦੇਰ ਆਏ ਦਰੁਸਤ ਆਏ। ਅੰਦੋਲਨ ਕਦੋਂ ਤੱਕ ਜਿਹੜਾ ਕਿ ਸਮਾਪਤ ਵੱਲ ਵਧੂਗਾ, ਕਦੋਂ ਤੱਕ ਜਿਹੜੇ ਕਿ ਬਿੱਲ ਆ ਉਹ ਚਲੋ ਵਾਪਸ ਕਰਨ ਦਾ ਐਲਾਨ ਲੈ ਲਿਆ ਪਰ ਲਿਖਤੀ ਰੂਪ ਦੇ ਵਿੱਚ ਮਿਲਦੇ ਨੇ, ਕਦੋਂ ਤੱਕ ਇਹ ਸਭ ਲੋਕ ਨੇ ਜਿਹੜੇ ਇੱਥੇ ਤੱਕ ਬੈਠੇ ਰਹਿਣਗੇ, ਇੱਥੇ ਉਡੀਕਦੇ ਰਹਿਣਗੇ? ਪ੍ਰਦੂਸ਼ਣ ਵਾਲਾ ਕਾਨੂੰਨ ਆ ਜਿਹੜਾ ਉਹ ਸਖਤ ਹੋਣਾ ਚਾਹੀਦਾ, ਪਰ ਪ੍ਰਦੂਸ਼ਣ ਵਾਲਾ ਕਾਨੂੰਨ ਫਿਰ ਉਹਨਾਂ ਕਿਸਾਨਾਂ 'ਤੇ ਵੀ ਲੱਗੂ। ਪਰਾਲੀ ਨੂੰ ਲੈ ਕੇ ਵੀ ਗੱਲਬਾਤ ਕਰਨਗੇ ਨਾ। ਜੇਕਰ ਪ੍ਰਦੂਸ਼ਣ ਵਾਲਾ ਕਾਨੂੰਨ ਇੰਨਾ ਤੁਸੀਂ ਸਖਤ ਆਪ ਮੰਗ ਕਰ ਰਹੇ ਹੋ ਕਿ 1 ਕਰੋੜ ਦਾ ਜੁਰਮਾਨਾ ਵੀ ਹੋਣਾ ਚਾਹੀਦਾ, 5 ਸਾਲ ਦੀ ਕੈਦ ਵੀ ਹੋਣੀ ਚਾਹੀਦੀ ਹੈ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਸੁਪਰੀਮ ਕੋਰਟ ਨੇ ਕਿਹਾ 4% ਕਿਸਾਨਾਂ ਦਾ ਪ੍ਰਦੂਸ਼ਣ ਹੈ। ਅਸੀਂ ਸਮਝਦੇ ਹਾਂ 4 ਨੂੰ ਵਧਾ ਲਓ, 6 ਕਰ ਲਓ। ਜੇ 6% ਵੀ ਮਤਲਬ 100% ਦੇ ਵਿੱਚੋਂ 6% ਸਾਡਾ ਹੈ, 94% ਮਤਲਬ ਇਹਨਾਂ ਦਾ ਭੱਠਿਆਂ ਦਾ ਹੈ, ਥਰਮਲਾਂ ਦਾ ਹੈ, ਟਰਾਂਸਪੋਰਟ ਦਾ ਹੈ, ਦਿੱਲੀ ਦੇ ਵਿੱਚ ਧੂੜ ਉੱਡਦੀ ਦਾ ਹੈ, ਉਹਦੇ ਜ਼ਿੰਮੇਵਾਰ ਉਹ ਹੁਣ 94 ਵਾਲੇ ਅਸੀਂ ਕਿਉਂ ਹੋਈਏ? ਜਿਸ ਸੰਘਰਸ਼ ਦੇ ਵਿੱਚ ਫਤਿਹ ਵੀ ਬੁਲਾਈ ਜਾਂਦੀ ਹੋਵੇ ਤੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਜਾਂਦੀ ਹੋਵੇ, ਉਹ ਸੰਘਰਸ਼ ਕਦੇ ਹਾਰੇ ਨਹੀਂ ਜਾਂਦੇ। ਉਹ ਸੰਘਰਸ਼ ਦੀ ਹਮੇਸ਼ਾ ਜਿੱਤ ਹੁੰਦੀ ਆ। ਤਾਂ ਅਜਿਹਾ ਹੀ ਕੁਝ ਦੇਖਣ ਨੂੰ ਮਿਲਦਾ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਵੱਲ ਆਉਂਦੇ ਹਾਂ, ਦਿੱਲੀ ਵੱਲ ਮੂੰਹ ਕਰਦੇ ਹਾਂ ਤਾਂ ਉੱਥੇ ਉਹੀ ਨਿਸ਼ਾਨ ਸਾਹਿਬ ਯਾਦ ਆਉਂਦੇ ਨੇ, ਉਹੀ ਕਿਸਾਨੀ ਝੰਡੇ ਯਾਦ ਆਉਂਦੇ ਨੇ, ਜਿਹੜੇ ਕੇਸਰੀ ਝੰਡਿਆਂ ਦੇ ਹੇਠਾਂ ਨੌਜਵਾਨੀ ਕਿਸਾਨੀ ਦਿੱਲੀ ਤੱਕ ਪਹੁੰਚੀ, ਜਿਹੜੇ ਕਿਸਾਨੀ ਝੰਡਿਆਂ ਦੇ ਹੇਠਾਂ ਕਿਸਾਨਾਂ ਨੇ ਐਡਾ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ। ਤਾਂ ਸਾਡੇ ਨਾਲ ਇਸ ਵਕਤ ਬੂਟਾ ਸਿੰਘ ਬੁਰਜ ਗਿੱਲ ਮੌਜੂਦ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਨੇ। ਗੱਲਬਾਤ ਕਰਾਂਗੇ ਕਿ ਆਖਰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਅੰਦੋਲਨ ਚੱਲਦੇ ਨੂੰ, ਤੇ ਅੰਦੋਲਨ ਦੀ ਜਿਹੜੀ ਪ੍ਰਤੀਕਿਰਿਆ ਉਹ ਕਿੱਥੇ ਜੇ ਦੇਖਦੇ ਆ। ਬੇਸ਼ੱਕ ਸਰਕਾਰ ਦੇ ਵੱਲੋਂ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ, ਪਰ ਵਾਪਸ ਨਹੀਂ ਹਜੇ ਹੋਏ ਹੈਗੇ। ਹਜੇ ਕੁਝ ਕੁ ਗੱਲਾਂ ਰਹਿੰਦੀਆਂ ਨੇ ਜਿਹੜੀਆਂ ਕਰਨ ਵਾਲੀਆਂ ਪੂਰੀਆਂ ਨੇ। ਤਾਂ ਗੱਲਬਾਤ ਕਰਦੇ ਹਾਂ। ਪ੍ਰਧਾਨ ਸਾਹਿਬ ਪਹਿਲਾਂ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰਧਾਨ ਸਾਹਿਬ ਜੇ ਗੱਲ ਕਰੀਏ ਤਾਂ ਅੰਦੋਲਨ ਦੀ ਜਿਹੜੀ ਪ੍ਰਤੀਕਿਰਿਆ ਕਿੱਥੇ ਦੇਖਦੇ ਹੋ ਖੜੀ? ਅੰਦੋਲਨ ਦੇ ਜਿਹੜੇ ਕਾਨੂੰਨਾਂ ਦੀ ਗੱਲ ਕਰਦੇ ਹਾਂ ਤਾਂ ਕਦੋਂ ਤੱਕ ਵਾਪਸ ਹੋ ਜਾਣੇ ਆ? ਕੀ ਪ੍ਰਤੀਕਰਮ ਹੈ ਇਹਦੇ 'ਤੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਤੁਰੇ ਹਾਂ, ਦਿੱਲੀ ਵੱਲ ਕੂਚ ਕਰੋ, ਅਸੀਂ 3 ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਗੇ ਵਧੇ ਸੀ। ਤਾਂ ਜਿਹੜੇ ਉਹ 3 ਕਾਲੇ ਕਾਨੂੰਨ ਹੈ, ਪਿਛਲੇ ਦਿਨਾਂ ਦੇ ਵਿੱਚ ਗੁਰਪੁਰਬ ਵਾਲੇ ਦਿਨ
ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਕਿ ਇਹਨਾਂ ਜਿਹੜੇ ਤਿੰਨੇ ਕਾਲੇ ਕਾਨੂੰਨ ਹੈ, ਭਾਵੇਂ ਉਹਨਾਂ ਨੇ ਕਾਲੇ ਨਹੀਂ ਕਿਹਾ, ਉਹਨਾਂ ਨੇ ਕਿਹਾ ਕ੍ਰਿਸ਼ੀ ਕਾਨੂੰਨ, ਅਸੀਂ ਨਿਰਣਾ ਲੈ ਲਿਆ ਕਿ ਉਹਨਾਂ ਨੂੰ ਵਾਪਸ ਕਰਨ ਜਾ ਰਹੇ ਹਾਂ ਤੇ MSP ਤੇ ਕਮੇਟੀ ਬਣਾਉਣ ਜਾ ਰਹੇ ਹਾਂ। ਮੈਂ ਸਮਝਦਾ ਕਿ ਜਿਹੜੀ ਇਹ ਸਦੀ ਆ ਪੂਰੀ 100 ਸਾਲ ਦੀ, ਇਹ ਸਭ ਤੋਂ ਵੱਡਾ ਅੰਦੋਲਨ, ਸਭ ਤੋਂ ਲੰਬਾ ਅੰਦੋਲਨ, ਮਤਲਬ ਦਿੱਲੀ ਦੇ ਬਾਰਡਰਾਂ ਤੇ 1 ਸਾਲ ਤੇ ਪੰਜਾਬ ਦੇ ਵਿੱਚ 14 ਮਹੀਨੇ, ਇਹ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਤੇ ਸਭ ਤੋਂ ਵੱਧ ਸ਼ਾਂਤ, ਇਹ ਵੀ ਇਤਿਹਾਸ ਦੇ ਵਿੱਚ ਅਸੀਂ ਇੱਕ ਜਿਹੜਾ ਪਿਛਲੇ ਇਤਿਹਾਸ ਜਿਵੇਂ ਪਗੜੀ ਸੰਭਾਲ ਜੱਟਾ ਲਹਿਰ ਦਾ ਹੈਗਾ ਚਾਚਾ ਅਜੀਤ ਸਿੰਘ ਵਾਲਾ, ਅਸੀਂ ਇੱਕ ਨਵਾਂ ਇਤਿਹਾਸ ਸਿਰਜਿਆ ਇਹਦੇ ਵਿੱਚ ਕਿ ਜਿਹੜੇ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ, ਜੋ ਮੋਦੀ ਨੇ ਕਹਿਤਾ ਸੋ ਕਹਿਤਾ, ਉਸ ਨੂੰ ਅਸੀਂ ਪੁੱਠੇ ਪੈਰੀਂ ਸਿੱਟਿਆ। ਸੰਪਨ ਵਿੱਚ ਕੀ ਛਾਤੀ ਵਾਲਾ ਜੋ ਕਹਿੰਦਾ ਸੀ ਜੋ ਮੈਂ ਕਹਿਤਾ ਉਹ ਪਿੱਛੇ ਨਹੀਂ ਮੁੜਤਾ। ਤਾਂ ਮਤਲਬ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਕਾਰਪੋਰੇਟ ਘਰਾਣਿਆਂ ਦਾ ਤੇ ਜਿਹੜਾ ਮੋਦੀ ਹਕੂਮਤ ਦਾ ਜਿਹੜਾ ਗਰੂਰ ਟੁੱਟਿਆ, ਉਹ ਅਸੀਂ ਕਹਿੰਦੇ ਹਾਂ ਕਿ ਦੇਖੋ ਹਿਟਲਰੀ ਸੋਚ, ਤਾਨਾਸ਼ਾਹੀ ਰਵੱਈਆ ਤੇ ਗਰੂਰ, ਇਹਦਾ ਚਕਨਾਚੂਰ ਕਰਤਾ ਇਸ ਅੰਦੋਲਨ ਨੇ। ਐਡੀ ਵੱਡੀ ਇਤਿਹਾਸਕ ਜਿੱਤ ਅਸੀਂ ਦਰਜ ਕਰਾਈ ਹੈ ਇਤਿਹਾਸ ਦੇ ਵਿੱਚ, ਪਿਛਲੀ ਹਿਸਟਰੀ ਦੇ ਵਿੱਚ। ਆਉਣ ਵਾਲੇ ਸਮਿਆਂ ਦੇ ਵਿੱਚ ਲੋਕ ਇਹਦੀਆਂ 12 ਗਾਇਆ ਕਰਨਗੇ ਕਿ ਕੋਈ ਅੰਦੋਲਨ ਚੱਲਿਆ ਸੀ ਦਿੱਲੀ ਦੇ ਬਾਰਡਰਾਂ ਦੇ ਵਿੱਚ। ਇੱਕ ਮਹਾਨ ਜਿੱਤ ਦੇ ਤੌਰ 'ਤੇ ਅਸੀਂ ਇਹਨੂੰ ਦਰਜ ਕਰਾਉਂਦੇ ਹਾਂ ਕਿ ਜਿਹੜੇ ਕਹਿੰਦੇ ਸੀ ਜੋ ਕਾਨੂੰਨ ਕਿਸਾਨਾਂ ਕੀ ਬੜੋਤਰੀ ਕੇ ਲਈ ਹੈ, ਇਹ ਇਹਨਾਂ 'ਚ ਕੋਈ ਮਤਲਬ ਅਮੈਂਡਮੈਂਟ ਕਰਾ ਲਓ, ਇਹ ਰੱਦ ਤਾਂ ਕਦੇ ਹੁੰਦੇ ਹੀ ਨਹੀਂ ਹੁੰਦੇ। ਭੀੜਾਂ ਇਕੱਠੀਆਂ ਹੋ ਕੇ ਜੇ ਉਹ ਕਹਿਣ ਕਾਨੂੰਨ ਰੱਦ ਹੋ ਜਾਣਗੇ, ਤਾਂ ਉਹੀ ਮੋਦੀ ਜਿਹਨੇ ਹੱਥ ਜੋੜ ਕੇ ਪੂਰੇ ਵਰਲਡ ਦੇ ਲੋਕਾਂ ਤੋਂ ਮਾਫੀ ਮੰਗੀ ਹੈ ਕਿ ਸਾਥੋਂ ਕਿਤੇ ਮਤਲਬ ਸਾਡੀ ਜਿਹੜੀ ਤਪੱਛਾ ਹੈ, ਉਹ ਤਪੱਛਾ ਦੇ ਵਿੱਚ ਕਿਤੇ ਫਰਕ ਰਹਿ ਗਿਆ। ਅਸਲ ਦੇ ਵਿੱਚ ਮੋਦੀ ਦੀ ਤਪੱਛਾ ਦੇ ਵਿੱਚ ਨਹੀਂ ਫਰਕ ਰਿਹਾ, ਉਹਨੇ ਤਾਂ ਪੂਰੇ ਦਾ ਪੂਰਾ ਮਤਲਬ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ, ਚੋਰੀਆਂ ਕਾਨੂੰਨ ਬਣਾਏ, ਲਾਗੂ ਕੀਤੇ। ਤਪੱਛਾ ਹੈਗੀ ਇਹਨਾਂ ਲੋਕਾਂ ਦੀ ਜਿਹੜੇ ਅੱਜ ਵੀ ਖੜੇ ਨੇ ਇੱਥੇ। ਸਭ ਤੋਂ ਪਹਿਲਾਂ ਇਹਨਾਂ ਤੇ ਪਾਣੀ ਦੀਆਂ ਵਿਛਾੜਾਂ ਮਾਰੀਆਂ, ਇਹਨਾਂ ਨੇ ਪਰਵਾਹ ਨਹੀਂ ਕੀਤੀ। ਇਹਨਾਂ ਤੇ ਲਾਠੀ ਚਾਰਜ ਕੀਤਾ, ਇਹਨਾਂ ਨੇ ਪਰਵਾਹ ਨਹੀਂ ਕੀਤੀ। ਇਹਨਾਂ ਦੇ ਸਿਰ ਪਾੜੇ, ਇਹਨਾਂ ਨੇ ਪਰਵਾਹ ਨਹੀਂ ਕੀਤੀ। ਇਹਨਾਂ ਨੇ ਗੋਲੀ ਚਲਾਈ, ਬੰਦੇ ਮਾਰੇ, ਇਹਨਾਂ ਨੇ ਪਰਵਾਹ ਨਹੀਂ ਕੀਤੀ। ਇਹਨਾਂ ਨੇ ਮੁਕੱਦਮੇ ਦਰਜ ਕੀਤੇ ਝੂਠੇ, ਇਹਨਾਂ ਨੇ ਪਰਵਾਹ ਨਹੀਂ ਕੀਤੀ। ਗਰਮੀ ਝੱਲੀ, ਸਰਦੀ ਝੱਲੀ, ਮੱਛਰ ਦਾ ਕਹਿਰ ਝੱਲਿਆ। ਤਪੱਛਾ ਗੱਡੀਆਂ ਹੇਠ ਦਰੜੇ ਲੋਕ। ਤਪੱਛਾ ਤਾਂ ਇਹ ਜਿਹੜੇ ਅੰਦੋਲਨ ਦੇ ਵਿੱਚ ਆਏ ਲੋਕ ਹੈ ਨਾ, ਇਹਨਾਂ ਨੇ ਕੀਤੀ ਹੈ। ਮੋਦੀ ਜੀ ਤੁਸੀਂ ਨਹੀਂ ਤਪੱਛਾ ਕੀਤੀ, ਤਪੱਛਾ ਇਹਨਾਂ ਲੋਕਾਂ ਨੇ ਕੀਤੀ ਹੈ। ਉਹ ਤਪੱਛਾ ਨੂੰ ਬੂਰ ਪਿਆ। ਆ ਜਿਹੜਾ ਤਿੰਨੇ ਕਾਲੇ ਕਾਨੂੰਨ ਰੱਦ ਹੋਇਆ, ਰੱਦ ਹੋਣ ਦਾ ਐਲਾਨ ਕੀਤਾ ਹੈ ਤੇ MSP ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਤਪੱਛਾ ਜਿਹੜੀ ਲੋਕਾਂ ਨੇ ਕੀਤੀ ਹੈ ਨਾ, ਉਹਨੂੰ ਬੂਰ ਪਿਆ ਹੈ। ਪ੍ਰਧਾਨ ਸਾਹਿਬ ਜੇ ਗੱਲ ਕਰੀਏ ਤਾਂ ਤਪੱਛਾ ਦੀ ਗੱਲ ਕਰ ਰਹੇ ਹੋ, ਇਹਨਾਂ ਲੋਕਾਂ ਦੀ ਜਿਹੜੀ ਤਪੱਛਾ ਹੈਗੀ ਉਹ ਸਿਰੇ ਚੜ੍ਹਦੀ ਨਜ਼ਰ ਆ ਰਹੀ ਆ, ਬੂਰ ਪਿਆ ਇਸ ਤਪੱਛਾ ਨੂੰ। ਪਰ ਗੱਲ ਤਾਂ ਇੱਥੇ ਇਹ ਆਉਂਦੀ ਆ ਨਾ ਕਿ ਕਾਫੀ ਉਂਗਲਾਂ ਉੱਠਦੀਆਂ ਰਹੀਆਂ ਅੰਦੋਲਨ ਦੇ ਉੱਪਰ। ਕਦੇ ਅੰਦੋਲਨਕਾਰੀ ਕਿਹਾ, ਕਦੇ ਖਾਲਿਸਤਾਨੀ ਕਿਹਾ, ਕਦੇ ਉਗਰਵਾਦੀ ਵੀ ਕਿਹਾ, ਕਦੇ ਨਕਸਲੀਆਟ ਵੀ ਕਿਹਾ, ਬੜਾ ਕੁਛ ਕਹਿੰਦੇ ਰਹੇ। ਪਰ ਅੱਜ ਉਹੀ ਸਰਕਾਰ ਆਪਦੇ ਮੂੰਹ ਨਾਲ ਕਿਸਾਨ ਕਹਿ ਰਹੀ ਆ। ਸਭ ਤੋਂ ਪਹਿਲਾਂ ਤਾਂ ਮੈਥੋਂ ਗੱਲ ਰਹਿ ਗਈ ਇਹ ਕਿ ਅਸਲ ਦੇ ਵਿੱਚ ਜਿਹੜੀ ਇਹ ਜਿੱਤ ਹੋਈ ਹੈ, ਉਹ ਜਿਹੜੇ 700 ਕਿਸਾਨ ਕੁਰਬਾਨੀਆਂ ਦੇ ਗਏ, ਜਿਨ੍ਹਾਂ ਦਾ ਖੂਨ ਡੁੱਲਿਆ, ਉਹਨਾਂ ਦੇ ਸਿਰ 'ਤੇ ਸਿਹਰਾ ਜਾਂਦਾ, ਉਹਨੂੰ ਮੈਂ ਲਾਲ ਸਲਾਮ ਕਰਦਾ। ਸਾਨੂੰ ਕੀ ਨਹੀਂ ਕਿਹਾ ਮੋਦੀ ਨੇ? ਸਾਨੂੰ ਕਿਹਾ ਗੁੰਡੇ, ਸਾਨੂੰ ਕਿਹਾ ਖਾਲਸਤਾਨੀ, ਸਾਨੂੰ ਕਿਹਾ ਨਕਸਲਗੇ, ਸਾਨੂੰ ਕਿਹਾ ਕਾਂਗਰਸੀ, ਸਾਨੂੰ ਕਿਹਾ ਅੱਤਵਾਦੀ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਸ਼ਬਦ ਰਹਿ ਗਿਆ ਹੋਵੇ ਜਿਹੜਾ BJP ਨੇ ਸਾਨੂੰ ਨਹੀਂ ਕਿਹਾ ਹੋਵੇ, ਪਰ ਅਸੀਂ ਫਿਰ ਵੀ ਸ਼ਾਂਤ ਰਹੇ ਹਾਂ। ਅਸੀਂ ਅੱਗੇ ਤੋਂ ਵੀ ਇਹ ਕਹਿੰਦੇ ਹਾਂ ਲੋਕਾਂ ਨੂੰ, ਅੰਦੋਲਨ ਕਰਨ ਵਾਲਿਆਂ ਨੂੰ ਤੇ ਸਰਕਾਰਾਂ ਨੂੰ, ਜਿਹੜੀ ਭਾਸ਼ਾ ਹੈ, ਜਿਹੜੀ ਬੋਲੀ ਹੈ, ਉਹ ਪਾਰਲੀਮਾਨੀ ਹੋਣੀ ਚਾਹੀਦੀ ਹੈ। ਤੁਹਾਡੇ ਸ਼ਬਦਾਂ ਨਾਲ, ਤੁਹਾਡੇ ਬੋਲਾਂ ਨਾਲ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਮੈਂ ਸਮਝਦਾ ਕਿ ਅਸਲ ਦੇ ਵਿੱਚ ਸਾਡੀ ਤਾਂ ਜਿੱਤ ਹੋਈ ਆ, ਕਿਸਾਨਾਂ ਦੀ, ਧਰਤੀ ਦੇ ਮਾਂ ਦੇ ਪੁੱਤਾਂ ਦੀ ਜਿੱਤ ਹੋਈ ਹੈ। ਅਸਲ ਦੇ ਵਿੱਚ ਤਾਨਾਸ਼ਾਹੀ ਦਾ ਜਿਹੜਾ ਕਿਲ੍ਹਾ ਹੈ ਉਹ ਢੇਰੀ ਹੋਇਆ, ਤੇ ਜਿਹੜਾ ਹੰਕਾਰ ਹੈ BJP ਦਾ ਉਹ ਢੇਰੀ ਹੋਇਆ।
ਇਹਦੇ ਉੱਪਰ ਲੋਕਤੰਤਰ ਦੀ ਜਿੱਤ ਹੋਈ ਹੈ। ਚੋਣਾਂ ਦੀ ਗੱਲ ਕਰਦੇ ਹਾਂ, 2022 ਆ ਰਿਹਾ, ਮਿਸ਼ਨ ਪੰਜਾਬ ਨੂੰ ਲੈ ਕੇ ਚੜੂਨੀ ਸਾਹਿਬ ਵੀ ਚੱਲੇ ਨੇ। ਉਹਨਾਂ ਦਾ ਕਹਿਣਾ ਗਾ ਕਿ ਜੇਕਰ ਮਿਸ਼ਨ ਬੰਗਾਲ ਹੋ ਸਕਦਾ ਤਾਂ ਫਿਰ ਮਿਸ਼ਨ ਪੰਜਾਬ ਕਿਉਂ ਨਹੀਂ ਹੋ ਸਕਦਾ। ਸਾਰੀਆਂ ਜਥੇਬੰਦੀਆਂ ਇੱਕ ਪਾਸੇ ਨੇ ਤੇ ਗੁਰਨਾਮ ਸਿੰਘ ਚੜੂਨੀ ਇੱਕ ਪਾਸੇ ਨੇ। ਤਾਂ ਉਸ ਤੋਂ ਬਾਅਦ ਸ਼ਾਇਦ ਤੁਹਾਡੇ ਯਾਦ ਹੋਣਾ, ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਵੀ ਕਿਹਾ ਸੀ ਕਿ ਇੱਕ ਤਰ੍ਹਾਂ ਦੀਆਂ ਕਾਲੀਆਂ ਝੰਡੀਆਂ ਜਿਹੜੀਆਂ ਉਹ ਦਿਖਾਈਆਂ ਜਾਣਗੀਆਂ, ਗੁਰਨਾਮ ਸਿੰਘ ਚੜੂਨੀ ਨੂੰ ਵੀ ਸਵਾਲ ਕਰੇ ਜਾਣਗੇ। ਬਿਲਕੁਲ, ਇਹ ਸੰਯੁਕਤ ਮੋਰਚੇ ਦਾ ਫੈਸਲਾ, ਜਦੋਂ ਤੱਕ ਅੰਦੋਲਨ ਖਤਮ ਨਹੀਂ ਹੋ ਜਾਂਦਾ ਤਾਂ ਜਿਹੜੀ ਇਲੈਕਸ਼ਨਾਂ ਵਾਲੀ ਗੱਲ ਆ ਅਸੀਂ ਨਹੀਂ ਕਰਾਂਗੇ। ਜੇ ਇਲੈਕਸ਼ਨਾਂ ਵਾਲੀ ਗੱਲ ਚੱਲਦੇ ਮੋਰਚੇ ਦੌਰਾਨ ਕਰਾਂਗੇ ਤਾਂ ਸਾਡਾ ਫੈਸਲਾ ਕੀਤਾ ਹੋਇਆ ਕਿ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਮੰਚ ਤੇ ਨਹੀਂ ਆਉਣ ਦੇਵਾਂਗੇ। ਅਗਰ ਸਾਡਾ ਕੋਈ ਲੀਡਰ ਜਾ ਕੇ ਇਲੈਕਸ਼ਨਾਂ ਦੀ ਗੱਲ ਕਰਦਾ ਹੈ, ਵੋਟਾਂ ਮੰਗਦਾ ਲੋਕਾਂ ਤੋਂ, ਲੋਕਾਂ ਨੂੰ ਟਿਕਟਾਂ ਬਣਦਾ, ਉਹਨੂੰ ਕਿਵੇਂ ਮਤਲਬ ਬਹੁਤ ਗਲਤ ਆ। ਮਤਲਬ ਅਸਲ ਦੇ ਵਿੱਚ ਮੋਰਚੇ ਦੀ ਜਿਹੜੀ ਪਾਲਿਸੀ ਆ ਉਹਦੀ ਉਲੰਘਣਾ ਕਰ ਰਿਹਾ। ਤਾਂ ਲੋਕਾਂ ਨੇ ਵੀ ਉਹਦਾ ਜਵਾਬ ਦਿੱਤਾ। ਜਿਹੜੀਆਂ ਜਿਮਨੀ ਚੋਣਾਂ ਹੋਈਆਂ, ਮੇਰਾ ਨਾਂ ਭੁੱਲ ਜਾਂਦਾ ਮੈਂ, ਹਰਿਆਣਾ ਦੇ ਵਿੱਚ ਅੰਦੋਲਨਾਂ ਕੀ ਕਲੇਨਾਬਾਦ ਕੀ ਕਹਿੰਦੇ ਇਹਨੂੰ, ਐਲਨਾਬਾਦ, ਉਹਦੇ ਵਿੱਚ ਚੜੂਨੀ ਨੇ ਆਪਦਾ ਨੁਮਾਇੰਦਾ ਖੜਾ ਕੀਤਾ। 600-700 ਵੋਟ ਪਈ ਆ ਉਹਨੂੰ। ਦੇਖੋ, ਇਹ ਕਿਸੇ ਇੱਕ ਬੰਦੇ ਦਾ ਚਿਹਰਾ ਨਹੀਂ ਹੈ ਇੱਥੇ, ਸੰਯੁਕਤ ਮੋਰਚੇ ਦਾ ਜਿਹੜਾ ਚਿਹਰਾ। ਲੋਕ ਸੰਯੁਕਤ ਮੋਰਚੇ ਨੂੰ ਸਲਾਮ ਕਰਦੇ ਆ, ਨਾ ਕਿ ਕਿਸੇ ਵਿਅਕਤੀ ਨੂੰ ਸਲਾਮ ਕਰਦੇ ਆ। ਅਗਰ ਆਹ ਅੰਦੋਲਨ ਅਸੀਂ ਜਿੱਤ ਲੈਂਦੇ ਹਾਂ ਤਾਂ ਸੰਯੁਕਤ ਮੋਰਚਾ ਇਹ ਏਜੰਡਾ ਲੈ ਕੇ ਆਉਂਦਾ ਕਿ ਅਗਲੇ ਇਲੈਕਸ਼ਨਾਂ ਦੇ ਵਿੱਚ ਕੀ ਕਰਨਾ, ਤਾਂ ਉਹ 'ਤੇ ਅਸੀਂ ਡਿਸਕਸ ਕਰਾਂਗੇ, ਬੈਠਾਂਗੇ ਗੰਭੀਰਤਾ ਨਾਲ, ਉਹਦਾ ਸਵਾਲ ਨੂੰ ਮਤਲਬ ਉਹਨੂੰ ਸਮਝਾਂਗੇ ਅਸੀਂ ਵੀ ਕੀ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ। ਇਹ ਸੰਯੁਕਤ ਮੋਰਚਾ ਫੈਸਲਾ ਕਰ ਸਕਦਾ। ਕੋਈ ਇਕੱਲਾ ਚੜੂਨੀ ਜਾਂ ਟਕੈਂਤ ਜਾਂ ਬੂਟਾ ਬੁਰਜ ਗਿੱਲ ਐਲਾਨ ਕਰਦੇ ਕਿ ਮੈਂ ਇਲੈਕਸ਼ਨ ਲੜਦਾ, ਲੋਕੋ ਆਓ ਮੈਂ ਟਿਕਟਾਂ ਬਣਦਾ, ਇਹਨੂੰ ਲੋਕ ਨਹੀਂ ਮੰਨਣਗੇ। ਤੁਸੀਂ ਕਿਹਾ ਕਿ ਇਕੱਲੇ ਬੰਦੇ ਦਾ ਫੈਸਲਾ ਨਹੀਂ ਮੰਨਿਆ ਜਾਊਗਾ, ਪਰ ਗੁਰਨਾਮ ਸਿੰਘ ਚੜੂਨੀ ਦਾ ਕਾਫੀ ਆਧਾਰ ਆ ਜਿਹੜਾ ਪੰਜਾਬ ਦੇ ਵਿੱਚ ਦੇਖਦੇ ਆਂਗੇ। ਜਦੋਂ ਗੁਰਨਾਮ ਸਿੰਘ ਚੜੂਨੀ ਜਾਂਦੇ ਨੇ ਤਾਂ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠੇ ਹੋ ਜਾਂਦੇ ਨੇ, ਲੋਕ ਗੱਲ ਵੀ ਸੁਣਦੇ ਨੇ ਬੈਠ ਕੇ। ਇਹ ਭੁਲੇਖਾ ਹੈ, ਕਾਲਾ ਸੰਘਿਆਂ ਦੇ ਵਿੱਚ ਚੜੂਨੀ ਨੇ ਮਹਾਂ ਪੰਚਾਇਤ ਬੁਲਾਈ ਸੀ। ਮਹਾਂ ਪੰਚਾਇਤ ਦੇ ਵਿੱਚ ਅੱਛੀ ਬੰਦੇ ਹਾਜ਼ਰ ਹੋਏ ਆ। ਕੀ ਇਹ ਬੇਇੱਜ਼ਤੀ ਨਹੀਂ ਸੰਯੁਕਤ ਮੋਰਚੇ ਦੀ ਵੀ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੋਵੇ, ਸੰਯੁਕਤ ਮੋਰਚੇ ਦੀ ਕਾਲ ਹੋਵੇ ਕਿ ਮਹਾਂ ਪੰਚਾਇਤ ਕਰਨੀ ਹੈ ਅਤੇ ਉੱਥੇ ਬੰਦੇ 80 ਹੋਣ? ਇਹ ਤਾਂ ਚੜੂਨੀ ਨੂੰ ਸਵਾਲ ਕਰਨਾ ਚਾਹੀਦਾ ਸਾਨੂੰ ਵੀ ਇਹ ਕੀ ਹੋਇਆ ਉੱਥੇ ਕਾਲਾ ਸੰਘਿਆਂ ਦੇ ਵਿੱਚ। ਹਾਂ, ਉਹਨਾਂ ਨਾਲ ਵੀ ਗੱਲਬਾਤ ਹੁੰਦੀ ਆ, ਸਵਾਲ ਹੁੰਦੇ ਨੇ, ਪਰ ਉਹ ਕਹਿੰਦੇ ਕਿ ਅਸੀਂ 117 ਸੀਟਾਂ 'ਤੇ ਜਿਹੜੇ ਕਿ ਬੰਦੇ ਆ ਉਹ ਖੜੇ ਕਰਾਂਗੇ। ਕਿਤੇ ਨਾ ਕਿਤੇ ਜਾ ਕੇ ਜੋਗਿੰਦਰ ਸਿੰਘ ਉਗਰਾਹਾਂ ਇਹ ਕਹਿੰਦੇ ਨੇ ਕਿ ਕਾਂਗਰਸ ਦਾ ਵਿਰੋਧ ਨਹੀਂ ਹੋਏਗਾ। ਗੁਰਨਾਮ ਸਿੰਘ ਚੜੂਨੀ ਨੂੰ ਰਾਜੇਵਾਲ ਵੱਲੋਂ ਇਹ ਕਿਹਾ ਜਾਂਦਾ ਕਿ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। ਇਹ ਫਿਰ ਕੀ ਮੰਨੀਏ ਇਸ ਦਾ ਕਿ ਇੱਕ ਪਾਸੇ ਵਿਰੋਧੀ ਧਿਰਾਂ ਵੀ ਉਂਗਲਾਂ ਖੜੀਆਂ ਕਰਦਿਆਂ ਨਜ਼ਰ ਆਉਂਦੀਆਂ ਨੇ। ਉਹ ਕਹਿੰਦੀਆਂ ਨੇ ਕਿ ਜੇਕਰ ਕਾਂਗਰਸ ਦਾ ਵਿਰੋਧ ਨਹੀਂ ਹੋਏਗਾ ਤਾਂ ਫਿਰ ਸਾਡਾ ਕਿਉਂ, ਸਾਨੂੰ ਕਿਉਂ ਸਵਾਲ ਕੀਤੇ ਜਾਂਦੇ ਨੇ। ਲੋ ਜੀ, ਸਾਡਾ ਬਿਲਕੁਲ 32 ਜਥੇਬੰਦੀਆਂ ਦਾ ਫੈਸਲਾ ਕਿ ਪੰਜਾਬ ਦੀਆਂ 32 ਜਥੇਬੰਦੀਆਂ ਦਾ ਕੋਈ ਪੰਜਾਬ ਮਿਸ਼ਨ ਨਹੀਂ ਹੈ ਜਦ ਤੱਕ ਅੰਦੋਲਨ ਜਿੱਤਿਆ ਨਹੀਂ ਜਾਂਦਾ। ਅਗਰ ਹਰਿਆਣੇ ਦੇ ਵਿੱਚੋਂ ਜਾ ਕੇ ਮਤਲਬ ਚੜੂਨੀ ਉੱਥੇ ਪੰਜਾਬ ਮਿਸ਼ਨ ਦਾ ਐਲਾਨ ਕਰਦਾ ਤਾਂ ਲਾਜ਼ਮੀ ਆ ਉਹਦਾ ਵਿਰੋਧ ਕੀਤਾ ਜਾਊਗਾ, ਕਿਉਂਕਿ ਸਾਡਾ ਫੈਸਲਾ ਸੰਯੁਕਤ ਮੋਰਚੇ ਦਾ ਵੀ ਜਦ ਤੱਕ ਅੰਦੋਲਨ ਨਹੀਂ ਜਿੱਤਿਆ ਜਾਂਦਾ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੀ ਰਾਜਨੀਤੀ ਨਹੀਂ ਕਰਨ ਦਿੱਤੀ ਜਾਊਗੀ। ਉਹ ਚਾਹੇ ਚੜੂਨੀ ਹੋਵੇ, ਚਾਹੇ ਬੀਜੇਪੀ ਹੋਵੇ, ਜਾਂ ਮਤਲਬ ਸ਼੍ਰੋਮਣੀ ਅਕਾਲੀ ਦਲ ਹੋਵੇ, ਜਾਂ ਆਪ ਵਾਲੇ ਹੋਣ, ਜਦ ਤੱਕ ਮੋਰਚਾ ਜਿੱਤਿਆ ਨਹੀਂ ਜਾਂਦਾ ਅਸੀਂ ਨਹੀਂ ਰਾਜਨੀਤੀ ਕਰਨ ਦੇਵਾਂਗੇ। ਫਿਰੋਜ਼ਪੁਰ ਦੀ ਇੱਕ ਘਟਨਾ ਯਾਦ ਆਈ ਆ, ਅਕਾਲੀ ਦਲ ਦੀ ਤੁਸੀਂ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਬੋਰਨਾਟ ਦੇ ਉੱਪਰ ਬੈਠਾ ਜਾਂਦਾ ਤੇ ਉਹਨਾਂ ਤੋਂ ਗੱਲਬਾਤ ਪੁੱਛੀ ਜਾਂਦੀ ਆ, ਪਰ ਗੱਡੀ ਭਜਾ ਲਈ ਜਾਂਦੀ ਆ। ਉੱਥੇ ਇਹ ਵੀ ਉਂਗਲਾਂ ਖੜੀਆਂ ਹੋਈਆਂ ਨੇ ਕਿ ਕੀ ਇਹ ਜਾਇਜ਼ ਆ ਬੈਠਣਾ ਬੋਰਨਾਟ ਦੇ ਉੱਪਰ? ਜੇਕਰ ਕੋਈ ਲੀਡਰ ਆਪਦੇ ਭੈਣ ਭਰਾ ਨਾਲ ਤੁਰਿਆ ਜਾ ਰਿਹਾ ਤਾਂ ਉਸ ਦੇ ਨਾਲ ਅਸੀਂ ਇੱਕ ਬਕਾਇਦਾ ਟਾਈਮ ਲੈ ਕੇ ਗੱਲ ਕਰ ਸਕਦੇ ਹਾਂ। ਇੱਦਾਂ ਕੀ ਹੋਇਆ ਵੀ ਅਗਲੇ ਦੇ ਬੋਰਨਾਟ ਦੇ ਉੱਪਰ ਬਹਿ ਜਾਓ ਜਾਂ ਅਗਲੇ ਦੀ ਗੱਡੀ ਭੰਨ ਦਿਓ? ਇਹ ਬਕਾਇਦਾ ਗੱਲਾਂ ਉੱਠਦੀਆਂ ਨੇ, ਸਵਾਲ ਉੱਠ ਖੜੇ ਨੇ। ਇਹ ਬਿਲਕੁਲ ਨਹੀਂ। ਇਹ ਜਿਹੜਾ ਮੋਦੀ ਮੀਡੀਆ ਉਹ ਪ੍ਰਚਾਰ ਕਰ ਰਿਹਾ, ਹਕੀਕਤ ਨੂੰ ਸਮਝੋ ਕਿ ਜਿਹੜਾ ਉੱਥੋਂ ਦਾ ਪ੍ਰਸ਼ਾਸਨ ਹੈ, ਉੱਥੋਂ ਦਾ MLA ਹੈ, ਉਹਨੇ ਕਿਹਾ ਕਿ ਜਦੋਂ ਉਹ ਕੀ ਕਹਿੰਦੇ ਇਹਨੂੰ ਬਾਦਲ ਨੂੰ, ਲੇਡੀ ਜਿਵੇਂ ਭੁੱਲ ਗਿਆ ਉਹਦਾ ਨਾਂ, ਹਰਸਿਮਰਤ ਬਾਦਲ, ਉਹ ਆਊਗੀ ਤਾਂ ਤੁਹਾਡੇ ਨਾਲ ਉਹਦੀ ਗੱਲ ਕਰਾਵਾਂਗੇ। ਉਹ ਆ ਕੇ ਆਪਦਾ ਭਾਸ਼ਣ ਦੇ ਕੇ ਮੁੜ ਜਾਂਦੀ ਹੈ। ਤਾਂ ਉਦੋਂ ਬਾਅਦ ਨਾ ਪ੍ਰਸ਼ਾਸਨ ਨੇ ਗੱਲ ਕਰਾਈ, ਨਾ ਸਾਬਕਾ MLA ਜਿਹੜਾ ਜਿੰਦੂ ਹੈ ਉਹਨੇ ਗੱਲ ਕਰਾਈ। ਤਾਂ ਸਾਡੇ ਨੁਮਾਇੰਦੇ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ, ਸਾਡੇ ਨਾਲ ਗੱਲ ਕਰਾਓ। ਤਾਂ ਉਹਨਾਂ ਨੇ ਗੱਲ ਸੁਣਨ ਦੀ ਬਜਾਏ ਗੱਡੀ ਮਤਲਬ ਭਜਾਉਣ ਦੀ ਕੋਸ਼ਿਸ਼ ਕੀਤੀ ਹੈ। ਹਰਨੇਕ ਮਹਿਮੇ ਦਾ ਮੁੰਡਾ, ਹਰਨੇਕ ਮਹਿਮੇ ਦਾ ਭਤੀਜਾ,
ਉਹ ਗੱਡੀ ਦੇ ਮੂਹਰੇ ਸੀ। ਹਰਨੇਕ ਮਹਿਮੇ ਨੂੰ ਲੱਗ ਰਿਹਾ ਸੀ ਕਿ ਦੋਨਾਂ ਨੂੰ ਕਤਲ ਕਰਨਗੇ ਇਹ, ਤਾਂ ਉਹ ਭੱਜ ਕੇ ਗੱਡੀ ਦੇ ਮੂਹਰੇ ਹੋਇਆ, ਤਾਂ ਗੱਡੀ ਉਹਨਾਂ ਨੇ ਫਿਰ ਵੀ ਨਹੀਂ ਰੋਕੀ। ਜੇ ਇਹ ਸੱਚਾਈ ਹੈ ਤਾਂ ਹੀ ਉਹ ਮਤਲਬ ਉਹ ਜਿਹੜਾ ਪਰਚਾ ਦਰਜ ਹੋਇਆ 307 ਦਾ ਇਰਾਦਾ ਕਤਲ ਦਾ। ਜੇ ਸਾਡੇ 'ਚ ਸੱਚਾਈ ਨਹੀਂ ਫਿਰ ਪਰਚਾ ਕਿਉਂ ਦਰਜ ਕੀਤਾ ਉਹਨਾਂ ਨੇ? ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਕਾਂਗਰਸੀ ਕਰਵਾ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਬੰਦੇ ਕਰਵਾ ਰਹੇ ਨੇ ਇਹ ਸਭ ਕੁਝ। ਦੇਖੋ BKU ਡਕਾਉਂਦਾ ਕਾਂਗਰਸੀ ਹੈ ਜਾਂ ਇਹ ਸ਼੍ਰੋਮਣੀ ਅਕਾਲੀ ਦਲ ਆ, ਜਾਂ ਮੈਨੂੰ ਤਾਂ ਇਹ 'ਤੇ ਹੱਸੀ ਆਉਂਦੀ ਹੈ ਅਸਲ ਦੇ ਵਿੱਚ। ਜੇ ਤੁਸੀਂ ਸੱਚੀ ਪੁੱਛੋ ਤਾਂ ਜਿਹੜਾ ਕੋਈ ਚੈਨਲ ਵਾਲਾ ਕੋਈ ਪੱਤਰਕਾਰ ਮੈਨੂੰ ਇਹ ਸਵਾਲ ਕਰਦਾ ਕਿ BKU ਡਕਾਉਂਦਾ ਕਾਂਗਰਸੀ ਹੈ, BKU ਡਕਾਉਂਦਾ BJP ਹੈ, BKU ਡਕਾਉਂਦਾ ਆਪ ਵਾਲੇ ਹੈ, ਇਹ ਦੇਖੋ ਉਹਨਾਂ ਨੂੰ ਪੱਤਰਕਾਰਾਂ ਨੂੰ ਚੈਨਲਾਂ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ। ਸਾਡੀ ਜਥੇਬੰਦੀ ਦਾ ਸੰਵਿਧਾਨ ਹੈ, ਅੱਜ ਤੱਕ ਨਾ ਅਸੀਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਲਿਆ, ਨਾ ਅਸੀਂ ਕਿਸੇ ਦੀ ਸਪੋਰਟ ਕੀਤੀ ਹੈ। ਵੋਟ ਪਾਉਣ ਦਾ ਅਧਿਕਾਰ ਅਸੀਂ ਜ਼ਰੂਰ ਦਿੰਦੇ ਹਾਂ। ਅਤੇ ਇਹ ਜਿਹੜੇ ਚੈਨਲਾਂ ਵਾਲੇ ਮੀਡੀਆ ਵਾਲੇ ਹੋਰ ਮੈਨੂੰ ਇਹ ਸਵਾਲ ਕਿਉਂ ਕਰਦੇ ਆ ਕਿ ਤੁਸੀਂ ਕਿਸੇ ਪਾਰਟੀ ਨਾਲ ਰਲੇ ਹੋਏ ਹੋ ਜਾਂ ਫਲਾਨਾ ਜਾਂ ਧਮਕਾ। ਬਹੁਤ ਚਰਚਾ ਚੱਲੀ ਕਿ ਸੰਯੁਕਤ ਮੋਰਚੇ ਦੇ ਵਿੱਚੋਂ ਪਾਰਟੀ ਬਣ ਕੇ ਨਿਕਲੂਗੀ। ਕੀ ਹੋਇਆ ਉਹਦਾ? ਕੁਛ ਨਹੀਂ ਹੋਇਆ। ਅਜੇ ਅੰਦੋਲਨ ਜਿੱਤਿਆ ਨਹੀਂ ਗਿਆ। ਜਦੋਂ ਅੰਦੋਲਨ ਜਿੱਤਿਆ ਗਿਆ ਉਦੋਂ ਸੰਯੁਕਤ ਮੋਰਚਾ ਕੀ ਫੈਸਲਾ ਕਰਦਾ ਅਸੀਂ ਸੋਚਾਂਗੇ। ਸਪੋਰਟ ਕਰਨੀ ਹੈ ਨਹੀਂ ਕਰਨੀ, ਹਿੱਸਾ ਲੈਣਾ ਨਹੀਂ ਕਰਨਾ, ਇਹ ਦੇਖੋ ਵਾਧੂ ਦੀਆਂ ਗੱਲਾਂ ਦਾ ਨਾ। ਮੈਂ ਅਸਲ ਦੇ ਵਿੱਚ ਮੈਨੂੰ ਤਾਂ ਸ਼ਰਮ ਆਉਂਦੀ ਹੈ ਜੇ ਕੋਈ ਮੈਨੂੰ ਇਹ ਗੱਲ ਕਹਿੰਦਾ। ਹਾਂ, ਵੈਸੇ ਫਿਰ ਲੋਕਾਂ ਦੇ ਸਵਾਲ ਹੁੰਦੇ ਨੇ, ਲੋਕਾਂ ਤੋਂ ਜੇਕਰ ਜਾਣਕਾਰੀ ਲੈਂਦੇ ਤਾਂ ਲੋਕ ਵੀ ਕਹਿੰਦੇ ਨੇ, ਕਿਉਂਕਿ ਉਹਨਾਂ ਨਾਲ ਵੀ ਉਹੀ ਲੋਕ ਜੁੜੇ ਹੋਏ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ। ਉਹ ਪਾਰਟੀਆਂ ਨਾਲ ਵੀ ਉਹੀ ਲੋਕ ਨੇ, ਉਹ ਪਾਰਟੀਆਂ ਨੂੰ ਵੋਟ ਵੀ ਉਹੀ ਲੋਕ ਪਾਉਂਦੇ ਨੇ ਜਿਹੜੇ ਇੱਥੇ ਆ ਕੇ ਦਿੱਲੀ ਦੇ ਬਾਰਡਰਾਂ 'ਤੇ ਸੇਵਾ ਵੀ ਕਰਦੇ ਨੇ, ਦਿੱਲੀ ਦੇ ਬਾਰਡਰਾਂ 'ਤੇ ਆ ਕੇ ਜਲ ਪਾਣੀ ਵੀ ਫੜਾਉਂਦੇ ਨੇ ਅਤੇ ਪੈਸੇ ਤੱਕ ਵੀ ਆਪਦੇ ਆਰਥਿਕ ਮਦਦ ਵੀ ਕਰਦੇ ਨੇ ਅਤੇ ਸਰੀਰਕ ਪੱਖੋਂ ਵੀ ਮਦਦ ਕਰਦੇ ਨੇ। ਦੇਖੋ ਜਿਹੜਾ ਆਵਾਮ ਹੈ ਨਾ, ਆਮ ਲੋਕ ਹੈ, ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਦੀ ਗੱਲ ਵੀ ਜਾਇਜ਼ ਹੈ। ਉਹ ਕਾਂਗਰਸ ਤੋਂ ਅੱਕੇ ਹੋਏ ਆ, ਉਹ BJP ਤੋਂ ਅੱਕੇ ਹੋਇਆ, ਉਹ ਆਪ ਵਾਲਿਆਂ ਤੋਂ ਅੱਕੇ ਹੋਇਆ, ਉਹ ਬਦਲ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਜੇ ਐਡੀ ਵੱਡੀ ਮਹਾਨ ਜਿੱਤ ਇਹ ਲੀਡਰਸ਼ਿਪ ਕਰ ਸਕਦੀ ਹੈ, ਜਿਹੜਾ ਮੋਦੀ ਹੈ ਤਾਂ ਮੁਮਕਿਨ ਹੈ। ਕਦੇ ਵੀ ਮਤਲਬ ਕੋਈ ਸੰਪਨ ਚ ਕੀ ਸਾਥੀ ਵਾਲਾ ਮੋਦੀ ਹੈ, ਜੋ ਉਹਨੇ ਐਲਾਨ ਕਰਤਾ ਤੂੰ ਕਰਤਾ। ਉਹਨੂੰ ਹੱਥ ਜੋੜ ਕੇ ਪੂਰੇ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਪੈਂਦੀ ਹੈ। ਇਹ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਦੀ ਅਗਵਾਈ, ਠੀਕ ਅਗਵਾਈ, ਸੰਯੁਕਤ ਮੋਰਚੇ ਦੀ ਮਤਲਬ ਸਿਆਣਪ। ਔਰ ਮੋਦੀ ਨੂੰ ਮੈਂ ਅੱਜ ਵੀ ਕਹਿਣਾ ਹੈ ਕਿ ਦੇਰ ਆਏ ਦਰੁਸਤ ਆਏ। ਉਸ ਕਰਕੇ ਲੋਕਾਂ ਦਾ ਸੰਯੁਕਤ ਮੋਰਚੇ 'ਤੇ ਵਿਸ਼ਵਾਸ ਵੱਝਿਆ। ਲੋਕਾਂ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ। ਲੋਕ ਬਦਲ ਚਾਹੁੰਦੇ ਆ। ਬਦਲ ਕਿਵੇਂ ਹੋਵੇ ਇਹ ਸਾਡੇ ਲਈ ਇੱਕ ਵੱਡਾ ਸਵਾਲ ਆ। ਠੀਕ ਹੈ ਨਾ? ਅਸੀਂ ਇਹਨੂੰ ਅੰਦੋਲਨ ਦੇ ਵਿੱਚੋਂ ਬਾਹਰ ਜਾ ਵੜੀਏ, ਫਿਰ ਅਸੀਂ ਜ਼ਰੂਰ ਸਿਰ ਜੋੜ ਕੇ ਬੈਠਾਂਗੇ ਕਿ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਉਹਦੀ ਕਦਰ ਕਿਵੇਂ ਕਰਨੀ ਹੈ। ਅੰਦੋਲਨ ਦੇ ਜੇ ਗੱਲ ਕਰਦੇ ਹਾਂ ਤਾਂ ਅੰਦੋਲਨ ਕਦੋਂ ਤੱਕ ਜਿਹੜਾ ਕਿ ਸਮਾਪਤ ਵੱਲ ਵਧੂਗਾ? ਕਦੋਂ ਤੱਕ ਜਿਹੜੇ ਕਿ ਬਿੱਲ ਆ ਉਹ ਚਲੋ ਵਾਪਸ ਕਰਨ ਦਾ ਐਲਾਨ ਲੈ ਲਿਆ ਪਰ ਲਿਖਤੀ ਰੂਪ ਦੇ ਵਿੱਚ ਮਿਲਦੇ ਨੇ, ਕਦੋਂ ਤੱਕ ਇਹ ਸਭ ਲੋਕ ਨੇ ਜਿਹੜੇ ਇੱਥੇ ਤੱਕ ਬੈਠੇ ਰਹਿਣਗੇ, ਇੱਥੇ ਉਡੀਕਦੇ ਰਹਿਣਗੇ? ਦੇਖੋ ਇਹ ਲਿਖਤੀ ਰੂਪ ਦੇ ਵਿੱਚ ਨਹੀਂ, ਨਾ ਤਾਂ ਅਸੀਂ ਮੰਗ ਕੀਤੀ ਹੈ ਵੀ ਸਾਨੂੰ ਲਿਖਤੀ ਰੂਪ ਦੇ ਵਿੱਚ ਦਿਓ, ਨਾ ਅਸੀਂ ਮੰਗ ਕੀਤੀ ਹੈ ਕਿ ਸਾਡੇ ਨਾਲ ਮੀਟਿੰਗ ਕਰੋ। ਕਿਉਂਕਿ ਆਪਣੇ ਤੌਰ 'ਤੇ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿ ਅਸੀਂ ਨਿਰਣਾ ਲੈ ਲਿਆ ਕਿ ਇਹ ਕਾਨੂੰਨ ਵਾਪਸ ਹੋਣਗੇ, MSP ਦਾ ਕਾਨੂੰਨ ਬਣੂਗਾ ਅਤੇ ਉਹਦੇ ਵਿੱਚ ਜਿਹੜੀ ਕਿਸਾਨਾਂ ਦੀ ਪ੍ਰਤੀਨਿਧਤਾ ਹੋਊਗੀ, ਉਹਦੇ ਵਿੱਚ ਜਿਹੜੀ ਕਮੇਟੀ ਬਣੂਗੀ। ਠੀਕ ਹੈ ਨਾ? ਦੇਖੋ ਇਹਨੂੰ ਅਸੀਂ ਲੈ ਕੇ ਅਸੀਂ ਕਹਿੰਦੇ ਹਾਂ ਕਿ ਇੱਕ ਪ੍ਰਕਿਰਿਆ ਇਹ ਕਾਨੂੰਨ ਰੱਦ ਕਰਨ ਦੀ, ਕਾਨੂੰਨ ਬਣਾਉਣ ਦੀ। ਅਗਰ MSP ਦਾ ਕਾਨੂੰਨ ਬਣਾਉਣਾ ਹੈ, ਸਾਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਗੱਲ ਨੂੰ ਕਿ ਉਹਦਾ ਇੱਕ ਪ੍ਰੋਸੈਸ ਹੈ। ਅਸੀਂ ਮੰਗ ਕਰਦੇ ਹਾਂ ਕਿ ਘੱਟੋ ਘੱਟ ਉਹਦੀ ਜਿਹੜਾ ਟਾਈਮ ਬਾਉਂਡ ਆ ਉਹ 3 ਮਹੀਨੇ ਹੋਵੇ, 6 ਮਹੀਨੇ ਹੋ ਸਕਦਾ, ਕੋਈ ਐਡੀ ਵੱਡੀ ਗੱਲ ਨਹੀਂ। ਟਾਈਮ ਬਾਉਂਡ ਹੋਣਾ ਚਾਹੀਦਾ। ਕਿਸਾਨਾਂ ਦੇ ਪ੍ਰਤੀਨਿਧ ਉਹਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ। ਠੀਕ ਹੈ? ਅਤੇ ਉਹ ਜਿਹੜਾ ਗਰੰਟੀ ਵਾਲਾ ਕਾਨੂੰਨ ਹੈ ਉਹਦੀ ਗਰੰਟੀ ਹੋਣੀ ਚਾਹੀਦੀ ਹੈ। ਅਤੇ ਜਿਹੜੇ ਹੈਗੇ ਮਤਲਬ ਕਾਨੂੰਨ ਵਾਪਸ ਲੈਣ ਦਾ ਸਵਾਲ ਪ੍ਰਧਾਨ ਮੰਤਰੀ ਨੇ ਕੀਤਾ, ਉਸ ਤੋਂ ਬਾਅਦ ਕੈਬਨਿਟ ਨੇ ਫੈਸਲਾ ਕਰਤਾ। ਇੱਕ ਪੜਾਅ ਰਹਿੰਦਾ ਉਹਦਾ ਕਿ ਉਹਨੇ ਲੋਕ ਸਭਾ ਦੇ ਵਿੱਚ ਜਾਣਾ, ਉਹਨੇ ਰਾਜ ਸਭਾ ਦੇ ਵਿੱਚ ਜਾਣਾ ਹੈ, ਉਹਨੇ ਰਾਸ਼ਟਰਪਤੀ ਨੇ ਉਹਦੇ ਉੱਪਰ ਸਾਈਨ ਕਰਨੇ ਆ। ਅਸੀਂ ਸਮਝਦੇ ਹਾਂ ਕਿ ਜਦੋਂ ਇਹ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਗਈ ਤਾਂ ਇੱਥੇ ਬੈਠਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜਿਹੜੀਆਂ ਦੂਜੀਆਂ ਮੰਗਾਂ ਸਾਡੀਆਂ, ਪਰਾਲੀ ਵਾਲਾ ਮੁੱਦਾ ਸੀ, ਕੱਲ੍ਹ ਤੋਮਰ ਨੇ ਐਲਾਨ ਕਰਤਾ, ਪਹਿਲਾਂ ਵੀ ਕੀਤਾ ਸੀ ਉਹਨਾਂ ਨੇ 11 ਮੀਟਿੰਗਾਂ ਦੇ ਵਿੱਚ, ਪਰ ਉਦੋਂ ਬਾਅਦ ਇੱਕ ਉਹਨਾਂ ਨੇ ਮੱਦ ਇਹੋ ਜਿਹੀ ਰੱਖ ਲਈ ਕਿ ਜਿਹੜਾ ਉਹਦਾ 15 ਸੈਕਸ਼ਨ ਹੈ ਉਸ ਐਕਟ ਦਾ
ਉਹਦੇ ਵਿੱਚ ਕਿਸਾਨਾਂ ਨੂੰ ਜੁਰਮਾਨਾ ਹੋ ਸਕਦਾ। ਪਰ ਕੱਲ ਜਿਹੜਾ ਤੋਮਰ ਦਾ ਬਿਆਨ ਹੈ, ਉਹਨੇ ਇਹ ਕਿਹਾ ਕਿ ਉਹਨੂੰ ਹਟਾ ਲਿਆ ਸੀ। ਇਹਦਾ ਮਤਲਬ ਇਹ ਹੈ ਕਿ ਖੇਤੀ ਖੇਤਰ ਪ੍ਰਦੂਸ਼ਣ ਵਾਲੇ ਮੁੱਦੇ 'ਚੋਂ ਬਾਹਰ ਹੋ ਗਿਆ। ਹਕੀਕਤ ਇਹ ਹੈ, ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਹੜੇ ਕਿਸਾਨ ਹੈ ਉਹ ਪ੍ਰਦੂਸ਼ਣ 4% ਫੈਲਾਉਂਦੇ ਆ। ਸੁਪਰੀਮ ਕੋਰਟ ਨੂੰ ਛੱਡ ਦਈਏ, ਅਸੀਂ ਮੰਨ ਲਈਏ ਕਿ 6% ਫੈਲਾਉਣੇ ਆ, ਠੀਕ ਆ ਨਾ, ਹਾੜੀ ਔਰ ਸੌਣੀ। ਪਰ ਦੂਜਾ ਪਾਸਾ ਇਹ ਵੀ ਹੈ ਨਾ, ਜਿਹੜਾ ਪੂਰਾ ਸਾਲ ਹਾੜੀ ਔਰ ਸੌਣੀ ਦੀਆਂ ਫਸਲਾਂ, ਜਿਹੜਾ ਇੰਡਸਟਰੀ ਦਾ ਫੈਲਾਇਆ ਪ੍ਰਦੂਸ਼ਣ, ਟਰਾਂਸਪੋਰਟ ਦਾ ਫੈਲਾਇਆ ਪ੍ਰਦੂਸ਼ਣ, ਥਰਮਲਾਂ ਦਾ ਫੈਲਾਇਆ ਪ੍ਰਦੂਸ਼ਣ, ਸਾਡੀਆਂ ਫਸਲਾਂ ਆਕਸੀਜਨ ਛੱਡ ਕੇ ਉਹਨੂੰ ਸਾਫ਼ ਕਰਦੀਆਂ। ਇਹ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਬਣਦੇ। ਇਹ ਪਹਿਲਾਂ ਵੀ ਅਸੀਂ ਕਹਿੰਦੇ ਸੀ, ਹੁਣ ਵੀ ਕਹਿੰਦੇ ਆ, ਸੁਪਰੀਮ ਕੋਰਟ ਨੇ ਵੀ ਕਿਹਾ ਔਰ ਕੇਂਦਰ ਨੇ ਵੀ ਕਿਹਾ। ਜੇ ਇਹਨੂੰ ਬਾਹਰ ਕਰਦੇ ਨਾ ਖੇਤੀ ਖੇਤਰ ਨੂੰ, ਤਾਂ ਅਸੀਂ ਸਮਝਦੇ ਹਾਂ ਕਿ ਸਾਡੀ ਇਹ ਜਿੱਤ ਹੋਈ ਹੈ। ਅਸੀਂ ਕਹਿੰਦੇ ਹਾਂ ਪ੍ਰਦੂਸ਼ਣ ਵਾਲਾ ਕਾਨੂੰਨ ਸਖਤ ਹੋਣਾ ਚਾਹੀਦਾ, ਕਰੋੜ ਰੁਪਏ ਦਾ ਜੁਰਮਾਨਾ ਵੀ ਹੋਣਾ ਚਾਹੀਦਾ, 5 ਸਾਲ ਦੀ ਕੈਦ ਵੀ ਹੋਣੀ ਚਾਹੀਦੀ ਹੈ। ਇਹ ਰੱਦ ਨਹੀਂ ਹੋਣਾ ਚਾਹੀਦਾ। ਹਾਂ, ਸਾਡੀ ਪਾਲਿਸੀ ਇਹ ਅਸਲ ਦੇ ਵਿੱਚ। ਤੁਸੀਂ ਕਹਿੰਦੇ ਹੋ ਕਿ ਪ੍ਰਦੂਸ਼ਣ ਵਾਲਾ ਕਾਨੂੰਨ ਆ ਜਿਹੜਾ ਉਹ ਸਖਤ ਹੋਣਾ ਚਾਹੀਦਾ, ਪਰ ਪ੍ਰਦੂਸ਼ਣ ਵਾਲਾ ਕਾਨੂੰਨ ਫਿਰ ਉਹਨਾਂ ਕਿਸਾਨਾਂ ਤੇ ਵੀ ਲੱਗੂ, ਪਰਾਲੀ ਨੂੰ ਲੈ ਕੇ ਵੀ ਗੱਲਬਾਤ ਕਰਨਗੇ ਨਾ। ਜੇਕਰ ਪ੍ਰਦੂਸ਼ਣ ਵਾਲਾ ਕਾਨੂੰਨ ਇੰਨਾ ਤੁਸੀਂ ਸਖਤ ਆਪ ਮੰਗ ਕਰ ਰਹੇ ਹੋ ਕਿ 1 ਕਰੋੜ ਦਾ ਜੁਰਮਾਨਾ ਵੀ ਹੋਣਾ ਚਾਹੀਦਾ, 5 ਸਾਲ ਦੀ ਕੈਦ ਵੀ ਹੋਣੀ ਚਾਹੀਦੀ ਹੈ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਸੁਪਰੀਮ ਕੋਰਟ ਨੇ ਕਿਹਾ 4% ਕਿਸਾਨਾਂ ਦਾ ਪ੍ਰਦੂਸ਼ਣ ਹੈ। ਅਸੀਂ ਸਮਝਦੇ ਹਾਂ 4 ਨੂੰ ਵਧਾ ਲਓ, 6 ਕਰ ਲਓ। ਜੇ 6% ਵੀ ਮਤਲਬ 100% ਦੇ ਵਿੱਚੋਂ 6% ਸਾਡਾ ਹੈ, 94% ਮਤਲਬ ਇਹਨਾਂ ਦਾ ਭੱਠਿਆਂ ਦਾ ਹੈ, ਥਰਮਲਾਂ ਦਾ ਹੈ, ਟਰਾਂਸਪੋਰਟ ਦਾ ਹੈ, ਦਿੱਲੀ ਦੇ ਵਿੱਚ ਧੂੜ ਉੱਡਦੀ ਦਾ ਹੈ, ਉਹਦੇ ਜ਼ਿੰਮੇਵਾਰ ਉਹ ਹੁਣ 94 ਵਾਲੇ ਅਸੀਂ ਕਿਉਂ ਹੋਈਏ? ਇਸ ਕਰਕੇ ਇਹਦੀ ਅਸੀਂ ਪੂਰੀ ਵਕਾਲਤ ਕਰਾਂਗੇ ਕਿ ਇਹਦੇ ਜ਼ਿੰਮੇਵਾਰ ਅਸੀਂ ਨਹੀਂ। ਅਸੀਂ ਤਾਂ ਉਹਨਾਂ ਦਾ ਫੈਲਾਇਆ ਹੋਇਆ ਪ੍ਰਦੂਸ਼ਣ ਉਹਨੂੰ ਸਾਫ਼ ਕਰਦੇ ਹਾਂ। ਸਾਨੂੰ ਤਾਂ ਸਨਮਾਨਿਤ ਕਰਨਾ ਚਾਹੀਦਾ ਕਿਸਾਨਾਂ ਨੂੰ। ਤਾਂ ਗੱਲ ਕਰੀ ਆ ਕਿ ਅੰਦੋਲਨ ਦੇ ਵਿੱਚੋਂ ਦੇਸ਼ ਦੇ ਪ੍ਰਧਾਨ ਮੰਤਰੀ, ਜਿਹੜੇ ਕਿ ਇੱਕ ਬੜਾ ਵੱਡਾ ਅਹੁਦਾ ਹੁੰਦਾ ਪ੍ਰਧਾਨ ਮੰਤਰੀ ਦਾ, ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿਸਾਨ ਬੈਠੇ ਨੇ ਖੁਸ਼ੀ ਘਰਾਂ ਨੂੰ ਜਾਣ, ਤੇ ਜਿਹੜੇ ਕਾਨੂੰਨ ਆ ਉਹ ਅਸੀਂ ਵਾਪਸ ਲੈ ਲਏ ਆ। ਦੇਖੋ, ਇਕੱਲੇ ਉਹਨਾਂ ਨੇ 3 ਕਾਨੂੰਨਾਂ ਦੀ ਗੱਲ ਕੀਤੀ ਹੈ। ਇੱਕ ਉਹਨਾਂ ਨੇ MSP ਦੀ ਗੱਲ ਕੀਤੀ ਹੈ। ਕੱਲ੍ਹ ਖੇਤੀਬਾੜੀ ਮੰਤਰੀ ਨੇ ਇੱਕ ਗੱਲ ਕੀਤੀ ਹੈ ਕਿ ਮਤਲਬ ਜਿਹੜਾ ਪਰਾਲੀ ਵਾਲਾ ਮੁੱਦਾ ਹੈ, ਉਹਦੇ ਵਿੱਚੋਂ ਖੇਤੀ ਖੇਤਰ ਨੂੰ ਅਸੀਂ ਬਾਹਰ ਕਰ ਦਿਆਂਗੇ। ਹੋ ਗਿਆ ਬਸ, ਠੀਕ ਹੈ। ਉਦੋਂ ਅੱਗੇ ਬਿਜਲੀ ਐਕਟ 2020 ਖੜ੍ਹਾ, ਠੀਕ ਹੈ ਨਾ। ਜਿਹੜੇ ਕਿਸਾਨਾਂ 'ਤੇ ਪਰਚੇ ਦਰਜ ਹੋਏ ਆ ਉਹ 2 ਕਿਸਮ ਦੇ ਆ। ਦੇਖੋ, ਇੱਕ ਸੈਂਟਰ ਦੇ ਆ, ਇੱਕ ਸਟੇਟਾਂ ਦੇ ਆ। ਸੈਂਟਰ ਦੇ ਅਧੀਨ ਆਉਂਦੇ ਆ ਰੇਲਵੇ ਦੇ ਕੇਸ। ਸਾਨੂੰ ਪਤਾ ਅਸੀਂ 2 ਮਹੀਨੇ ਰੇਲਾਂ ਰੁਕੀਆਂ, ਇਹ ਸਾਡੇ 'ਤੇ ਕੇਸ ਦਰਜ ਹੋਣਗੇ, ਕੋਈ ਭੁਲੇਖਾ ਨਹੀਂ ਹੈ। ਸਾਡੇ 'ਤੇ FIR ਦਰਜ ਹੋਊਗੀ, ਹਰ ਜ਼ਿਲ੍ਹੇ 'ਚ ਹਰ ਸਟੇਸ਼ਨ 'ਤੇ ਹੋਊਗੀ। ਉਹ ਕੇਂਦਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਵਾਪਸ ਲੈਣ। ਉਦੋਂ ਬਾਅਦ ਜਿਹੜਾ ਚੰਡੀਗੜ੍ਹ ਦੇ ਵਿੱਚ ਕੇਸ ਦਰਜ ਹੋਇਆ, ਉਹ ਵੀ UT ਦੇ ਅਧੀਨ ਆਉਂਦੇ ਆ, ਉਹ ਵੀ ਕੇਂਦਰ ਸਰਕਾਰ ਦੇ ਆ। ਜਿਹੜੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕੇਸ ਦਰਜ ਹੋਇਆ, ਉਹ ਵੀ ਸੈਂਟਰ ਦੇ ਅਧੀਨ ਆਉਂਦੇ ਆ, ਠੀਕ ਹੈ। ਉਦੋਂ ਬਾਅਦ ਆ ਜਾਂਦਾ ਕੰਮ ਸਟੇਟਾਂ ਦਾ। ਇਹਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੇ, ਦਿੱਲੀ ਹਰਿਆਣਾ ਸਰਕਾਰ ਨੇ, UP ਸਰਕਾਰ ਨੇ, ਉੱਤਰਾਖੰਡ ਨੇ, ਰਾਜਸਥਾਨ ਨੇ ਜਿਹੜੇ ਕਿਸਾਨਾਂ 'ਤੇ ਕੇਸ ਦਰਜ ਕੀਤੇ ਆ, ਉਹ ਠੀਕ ਹੈ, ਉਹਨਾਂ ਦੀ ਗੱਲ ਤੋਮਰ ਦੀ। ਇਹ ਸਟੇਟਾਂ ਦਾ ਅਧਿਕਾਰ ਖੇਤਰ ਹੈ, ਇੱਕ ਪ੍ਰੋਸੈਸ ਹੈ। ਕੇਂਦਰ ਸਰਕਾਰ ਨੇ ਉਹਨਾਂ ਨੂੰ ਹਦਾਇਤ ਕਰਨੀ ਹੈ ਕਿ ਅੰਦੋਲਨ ਦੌਰਾਨ ਬਣੇ ਕੇਸ ਤੁਸੀਂ ਰੱਦ ਕਰ ਦਿਓ। ਹਾਂ, ਇਹ ਇੱਕ ਪ੍ਰੋਸੈਸ ਚੱਲੂਗਾ, ਸਟੇਟਾਂ ਹੀ ਇਹਨੂੰ ਰੱਦ ਕਰਨਗੀਆਂ। ਇੱਕ ਸਾਡਾ ਸੀਗਾ ਕੰਪਨਸੇਸ਼ਨ ਵਾਲਾ ਮੁੱਦਾ। ਕੰਪਨਸੇਸ਼ਨ ਅਸੀਂ ਪੰਜਾਬ ਦੇ ਵਿੱਚ ਐਜੀਟੇਸ਼ਨ ਤਿੱਖੀ ਹੋ ਰਹੀ ਹੈ ਪਹਿਲਾਂ ਤੋਂ ਹੀ। ਤਾਂ ਪੰਜਾਬ ਸਟੇਟ ਦਾ ਫੈਸਲਾ ਕੀਤਾ ਹੋਇਆ ਕਿ ਅੰਦੋਲਨ ਦੇ ਦੌਰਾਨ ਕੋਈ ਕਿਸਾਨ, ਕੋਈ ਮਜ਼ਦੂਰ, ਕੋਈ ਮੁਲਾਜ਼ਮ ਸ਼ਹੀਦ ਹੋ ਜਾਂਦਾ, ਉਹਨੂੰ 5 ਲੱਖ ਰੁਪਏ ਦਾ ਮਤਲਬ ਕੰਪਨਸੇਸ਼ਨ, ਅਤੇ ਉਹਦੇ ਪਰਿਵਾਰ ਨੂੰ ਨੌਕਰੀ ਦੇਵਾਂਗੇ। ਇਹ ਲਾਗੂ ਹੈ ਪੰਜਾਬ ਦੇ ਵਿੱਚ, ਇਹ ਹਰਿਆਣੇ ਦੇ ਵਿੱਚ ਨਹੀਂ, ਇਹ UP ਦੇ ਵਿੱਚ ਨਹੀਂ, ਇਹ ਰਾਜਸਥਾਨ ਦੇ ਵਿੱਚ ਨਹੀਂ, ਇਹ ਉੱਤਰਾਖੰਡ ਦੇ ਵਿੱਚ ਨਹੀਂ। ਤਾਂ ਕੇਂਦਰ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਤੁਸੀਂ ਵੀ ਇਹਨਾਂ ਨੂੰ ਕੰਪਨਸੇਸ਼ਨ ਦਿਓ ਔਰ ਨੌਕਰੀਆਂ ਦਾ ਪ੍ਰਬੰਧ ਕਰੋ। ਜਿਹੜੇ ਦਿੱਲੀ ਅੰਦੋਲਨ ਦੌਰਾਨ ਪੰਜਾਬ ਸਟੇਟ ਦੀ ਜੇ ਅਸੀਂ ਗੱਲ ਕਰੀਏ, ਵੱਡੇ ਹਿੱਸੇ ਨੂੰ ਉਹਨਾਂ ਨੇ 5 ਲੱਖ ਰੁਪਇਆ ਦੇ ਦਿੱਤਾ ਔਰ ਨੌਕਰੀਆਂ ਵੀ ਦੇ ਦਿੱਤੀਆਂ, ਅਤੇ ਨੌਕਰੀਆਂ 'ਤੇ ਤਾਇਨਾਤ ਵੀ ਹੋ ਚੁੱਕੇ। ਜੇਕਰ ਗੱਲ ਕਰਦੇ ਹਾਂ ਤਾਂ ਜੇਕਰ MSP ਦਾ ਕਾਨੂੰਨ ਬਣ ਜਾਂਦਾ, ਬਿਜਲੀ ਬਿੱਲ 2020 ਰੱਦ ਹੋ ਜਾਂਦਾ ਗਾ ਜਿਹੜਾ ਤੁਸੀਂ ਕਹਿ ਰਹੇ ਹੋ, ਅਤੇ ਉਸ ਤੋਂ ਬਾਅਦ ਆਪਣਾ
ਖੇਤੀ ਕਾਨੂੰਨਾਂ ਤੇ ਇੱਕ ਲਿਖਤੀ ਤੁਹਾਨੂੰ ਬਣਾ ਕੇ ਦੇ ਦਿੰਦੇ ਆ, ਸਾਰਾ ਕੁਝ ਪਾਸ ਹੋ ਜਾਂਦਾ, ਤਾਂ ਉਸ ਤੋਂ ਬਾਅਦ ਕੀ ਬੂਟਾ ਸਿੰਘ ਬੁਰਜਗਿੱਲ ਆਪਦੀ ਜਥੇਬੰਦੀ ਲੈ ਕੇ ਚਲਾ ਜਾਊ ਜਾਂ ਫਿਰ ਪੂਰੇ ਦੇਸ਼ ਦੀ ਗੱਲ ਕਰਕੇ ਇੱਥੇ ਬੈਠਾ ਰਹੂਗਾ? ਦੇਖੋ, ਮੈਂ ਨਾ ਅੱਜ ਜਾਵਾਂ ਇਕੱਲਾ, ਨਾ ਮੈਂ ਕੱਲ੍ਹ ਜਾਵਾਂ, ਨਾ 10 ਦਿਨਾਂ ਨੂੰ ਜਾਵਾਂ। ਜੇ ਮੈਂ ਜਾਊਂਗਾ, ਪੰਜਾਬ ਦੀਆਂ 32 ਜਥੇਬੰਦੀਆਂ ਨੇ ਅੰਦੋਲਨ ਸ਼ੁਰੂ ਕੀਤਾ ਤਿੰਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ। ਉਦੋਂ ਬਾਅਦ ਦੂਸਰੀਆਂ ਮੰਗਾਂ ਬਾਅਦ ਦੇ ਵਿੱਚ ਆਈਆਂ। ਜਿਹੜੀ MSP ਤਾਂ ਪਹਿਲਾਂ ਹੀ ਮਿਲ ਰਹੀ ਹੈ ਪੰਜਾਬ ਨੂੰ, ਹਰਿਆਣੇ ਨੂੰ ਵੀ ਮਿਲ ਰਹੀ ਹੈ MSP। ਸਾਡੇ ਲਈ ਤਾਂ ਕੋਈ ਸਵਾਲ ਨਹੀਂ MSP ਦਾ। ਜਦੋਂ ਅਸੀਂ ਸੰਯੁਕਤ ਕਿਸਾਨ ਮੋਰਚਾ ਹੋਣ ਦੇ ਵਿੱਚ ਆਇਆ ਤਾਂ MSP ਦਾ ਸਵਾਲ ਉੱਠਿਆ। ਜਦੋਂ ਅਸੀਂ ਹਰਿਆਣੇ ਦੇ ਬਾਰਡਰਾਂ ਨੂੰ ਮਤਲਬ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧੇ ਹਾਂ ਤਾਂ ਉਦੋਂ ਬਾਅਦ ਦੇ ਵਿੱਚ ਕੇਸ ਦਰਜ ਹੋਇਆ। ਜਦੋਂ ਅਸੀਂ ਆ ਕੇ ਦਿੱਲੀ ਦੇ ਬਾਰਡਰਾਂ ਤੇ ਬਹਿ ਗਏ ਤਾਂ 700 ਕਿਸਾਨ ਸ਼ਹੀਦ ਹੋ ਗਿਆ। ਉਦੋਂ ਬਾਅਦ ਦਾ ਸਵਾਲ ਹੈ ਇਹ, ਠੀਕ ਹੈ ਨਾ। ਜਿਹੜੇ ਮੁੱਦੇ ਨੂੰ ਅਸੀਂ ਲੈ ਕੇ ਅੰਦੋਲਨ ਵਿੱਢਿਆ ਸੀ, ਉਹ ਇੱਕ ਅਸੀਂ ਉਹਨੂੰ ਮੰਨਦੇ ਹਾਂ ਕਿ ਇਤਿਹਾਸਕ ਜਿੱਤ ਉਹਦੀ ਹੋ ਚੁੱਕੀ ਹੈ। ਇਹ ਮੈਂ ਇਕੱਲਾ ਨਹੀਂ ਫੈਸਲਾ ਕਰੂੰਗਾ। ਕੱਲ੍ਹ ਨੂੰ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ, ਅਸੀਂ 32 ਜਥੇਬੰਦੀਆਂ ਇਹਦੇ 'ਤੇ ਨਿਰਣਾ ਲਵਾਂਗੇ। ਅਗਰ ਜੇ ਕੱਲ੍ਹ ਨੂੰ ਪਾਰਲੀਮੈਂਟ ਦੇ ਵਿੱਚ ਇਹ ਤਿੰਨੇ ਕਾਨੂੰਨ ਰੱਦ ਕਰਨ ਦਾ ਐਲਾਨ ਹੋ ਜਾਂਦਾ ਹੈ ਤੇ MSP ਲਈ ਕਮੇਟੀ ਬਣਾਉਣ ਦਾ ਐਲਾਨ ਹੋ ਜਾਂਦਾ ਹੈ, ਉਹਦੇ ਵਿੱਚ ਕਿਸਾਨਾਂ ਦੇ ਪ੍ਰਤੀਨਿਧ ਸ਼ਾਮਲ ਕਰਨ ਦਾ ਐਲਾਨ ਹੋ ਜਾਂਦਾ ਹੈ ਤੇ ਉਹਦਾ ਟਾਈਮ ਬਾਉਂਡ ਹੋ ਜਾਂਦਾ ਹੈ, ਫਿਰ ਅਸੀਂ ਜ਼ਰੂਰ ਕੱਲ੍ਹ ਨੂੰ ਕੋਈ ਨਾ ਕੋਈ ਨਿਰਣਾ ਪੰਜਾਬ ਵਾਲੀਆਂ ਜਥੇਬੰਦੀਆਂ ਲਵਾਂਗੇ। MSP ਦੀ ਲੜਾਈ ਸ਼ੁਰੂ ਹੋਈ ਹੈ, ਕਾਲੇ ਕਾਨੂੰਨਾਂ ਵਾਲੀ ਲੜਾਈ ਜਿੱਤੀ ਗਈ ਹੈ। ਅਗਰ MSP ਦੇ ਵਿੱਚ ਸਾਨੂੰ ਇਹ ਪਤਾ ਕਿ ਇੱਕ ਪ੍ਰੋਸੈਸ ਹੈ, 3 ਮਹੀਨੇ ਲੱਗਦੇ ਆ, 6 ਮਹੀਨੇ ਲੱਗਦੇ ਆ। ਕਮੇਟੀ ਇਸੇ ਲਈ ਬਣਦੀ ਹੈ ਨਾ, ਕਮੇਟੀ ਨੇ ਡਿਸਕਸ ਕਰਨਾ ਹੈ। ਸਾਡੇ ਨੁਮਾਇੰਦੇ ਕਰਨਗੇ ਕਿ ਡਾਕਟਰ ਸਵਾਮੀਨਾਥਨ ਦੀਆਂ ਜਿਹੜੀਆਂ ਸਿਫਾਰਸ਼ਾਂ ਉਹਨਾਂ ਮੁਤਾਬਕ MSP ਤੈਅ ਕੀਤਾ ਜਾਵੇ, ਠੀਕ ਹੈ ਨਾ। ਸਾਰੀਆਂ ਫਸਲਾਂ 'ਤੇ ਤੈਅ ਕੀਤਾ ਜਾਵੇ। ਇਹ ਸਾਡੇ ਨੁਮਾਇੰਦੇ ਇਹਦੀ ਵਕਾਲਤ ਕਰਨਗੇ ਉੱਥੇ ਜਾ ਕੇ। ਇਹਨੂੰ ਸਮਾਂ ਲੱਗੂਗਾ, ਇੱਕ ਪ੍ਰੋਸੈਸ ਹੈ। ਜਦੋਂ ਇਹ ਸਿਫਾਰਸ਼ ਜਾਵੜੂਗੀ ਕਮੇਟੀ ਵੱਲੋਂ ਕਿ ਇਸ ਢੰਗ ਨਾਲ ਲੀਗਲ ਕਾਨੂੰਨ ਬਣਨਾ ਚਾਹੀਦਾ, ਇਹ ਉਦੋਂ ਬਾਅਦ ਦੀ ਗੱਲ ਹੈ। ਇਹਦੇ 'ਤੇ ਅਗਰ ਠੀਕ ਢੰਗ ਨਾਲ ਇਹਦੇ ਤੋਂ ਆਨਾਕਾਨੀ ਕਰਦੀ ਹੈ ਮਤਲਬ ਕੇਂਦਰ ਸਰਕਾਰ MSP ਬਣਾਉਣ ਤੋਂ, ਤਾਂ ਲਾਜ਼ਮੀ ਹੈ ਇਹਦੇ 'ਤੇ ਅੰਦੋਲਨ ਸ਼ੁਰੂ ਹੋਊਗਾ ਅਤੇ ਅਸੀਂ ਪੰਜਾਬ ਵਾਲੇ ਲੜਾਂਗੇ ਮਤਲਬ ਦੂਜੀਆਂ ਸਟੇਟਾਂ ਦੀ ਖਾਤਰ ਕਿ MSP ਨੂੰ ਲਾਗੂ ਕਰੋ। ਸੰਯੁਕਤ ਮੋਰਚੇ ਨੂੰ ਅਸੀਂ ਭੰਗ ਨਹੀਂ ਕਰਾਂਗੇ, ਬਿਲਕੁਲ। ਸੰਯੁਕਤ ਮੋਰਚਾ ਜਿਉਂਦੀ ਤਿਉਂ ਰਹੂਗਾ। ਜਦੋਂ ਕੋਈ ਇੰਡੀਆ ਲੈਵਲ ਦਾ ਮੁੱਦਾ ਸਾਹਮਣੇ ਆਊਗਾ ਤਾਂ ਅਸੀਂ ਸਾਰੇ ਦੇ ਸਾਰੇ ਸੰਯੁਕਤ ਮੋਰਚੇ ਦੇ ਮੈਂਬਰ ਸਾਹਮਣੇ ਆ ਕੇ ਇੱਕ ਚਟਾਨ ਵਾਂਗ ਬਣ ਕੇ ਖੜਾਂਗੇ। MSP ਦੀ ਗੱਲ ਕਰੀਏ, MSP ਪੂਰੇ ਦੇਸ਼ ਦੇ ਵਿੱਚ ਲਾਗੂ ਵੀ ਹੋ ਜਾਂਦੀ ਆ, ਪਰ ਜਿਹੜੇ ਪਰਚੇ ਨੇ ਦੂਸਰੀਆਂ ਸਟੇਟਾਂ ਤੇ ਉਹਨਾਂ ਦੇ ਲਈ ਵੀ ਲੜੋਗੇ? ਜਿਵੇਂ ਹੁਣ ਇਹ UP ਦੀ ਗੱਲ ਕਰਦੇ ਹਾਂ, UP ਦੇ ਵਿੱਚ ਵੀ ਕਾਫੀ ਪਰਚੇ ਹੋਏ ਵੇ ਨੇ। ਜੇਕਰ ਗੱਲ ਕਰਦੇ ਹਾਂ ਰਾਜਸਥਾਨ ਦੀ, ਹਰਿਆਣੇ ਦੀ, ਉੱਥੇ ਵੀ ਪਰਚੇ ਹੋਏ ਵੇ ਨੇ, ਉਹਨਾਂ ਦੇ ਲਈ ਵੀ ਲੜੇਗਾ ਸੰਯੁਕਤ ਕਿਸਾਨ ਮੋਰਚਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਐਜੀਟੇਸ਼ਨ ਚੱਲਦੀ ਹੈ ਪਰਚੇ ਦਰਜ ਹੁੰਦੇ ਹੀ ਹੁੰਦੇ ਆ, ਕੋਈ ਰੌਲਾ ਨਹੀਂ ਆਇਆ ਜਾਣੀ। ਪਰ ਜਦੋਂ ਐਜੀਟੇਸ਼ਨ ਖਤਮ ਹੁੰਦੀ ਹੈ ਨਾਲ ਦੀ ਨਾਲ ਪਰਚੇ ਵੀ ਖਤਮ ਹੋ ਜਾਂਦੇ ਆ। ਅਗਰ ਕੋਈ ਸਰਕਾਰ ਇਹਦੇ 'ਤੇ ਪਰਚੇ ਖਤਮ ਕਰਤੇ ਰਾਜੀ ਨਹੀਂ ਹੁੰਦੀ ਤਾਂ ਸੰਯੁਕਤ ਮੋਰਚਾ ਚਟਾਨ ਵਾਂਗੂ ਖੜੂਗਾ ਅਤੇ ਪਰਚੇ ਦਰਜ ਕਰਾਉਣ ਦੀ ਲੜਾਈ ਲੜੂਗਾ। ਦੇਖੋ, ਅਸੀਂ ਮਹਿਲ ਕਲਾਂ ਵਾਲਾ ਘੋਲ ਲੜਿਆ, ਸਾਰਿਆਂ ਨੂੰ ਪਤਾ ਹੈ, ਚਰਚਿਤ ਕਾਂਡ ਹੈ। ਸਾਡੇ ਨੁਮਾਇੰਦਿਆਂ 'ਤੇ 302 ਦਾ ਪਰਚਾ ਦਰਜ ਹੋਇਆ। ਉਦੋਂ ਬਾਅਦ ਉਹਨਾਂ ਨੂੰ ਉਮਰ ਕੈਦ ਹੋਈ, ਝੂਠੀ ਹੋਈ। ਅਸੀਂ ਉਹਦੇ 'ਤੇ ਅੰਦੋਲਨ ਕੀਤਾ। ਇਹ ਮਿਸਾਲ ਹੈ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਮਨਜੀਤ ਨੇ ਰਾਜਾ ਫਿਰਦਾ ਸਾਡੇ ਵਿੱਚ, ਉਹਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਈ। ਅਤੇ ਜੇ ਅਜਿਹਾ ਰਹਿੰਦਾ ਤਾਂ ਅੰਦੋਲਨ ਸਾਡਾ ਚੱਲਦਾ ਰਹੂਗਾ। ਇੱਕ ਅਹਿਮ ਸਵਾਲ ਹੋਰ ਆ, ਗੁਰਨਾਮ ਸਿੰਘ ਚੜੂੰਨੀ ਦੀ ਵਾਰ-ਵਾਰ ਗੱਲ ਆਉਂਦੀ ਆ, ਪਰ ਗੁਰਨਾਮ ਸਿੰਘ ਚੜੂੰਨੀ ਦੇ ਤੁਸੀਂ ਕਹਿ ਕੇ ਵਿਰੋਧ ਕਰਾਂਗੇ, ਉੱਥੇ ਜੇ ਜੋਗਿੰਦਰ ਯਾਦਵ ਦੀ ਗੱਲ ਕਰਦੇ ਆ ਤਾਂ ਜੋਗਿੰਦਰ ਯਾਦਵ ਵੀ ਤਾਂ ਇੱਕ ਪੋਲੀਟੀਕਲ ਬੰਦਾ ਨਾ। ਜੋਗਿੰਦਰ ਯਾਦਵ ਵੀ ਤਾਂ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਨਾਲ ਸੰਬੰਧਿਤ ਰੱਖਦਾ, ਫਿਰ ਉਹਦਾ ਕਿਉਂ ਨਹੀਂ ਵਿਰੋਧ ਹੋਇਆ ਸੰਯੁਕਤ ਕਿਸਾਨ ਮੋਰਚੇ ਵੱਲੋਂ? ਜਦੋਂ ਜੋਗਿੰਦਰ ਯਾਦਵ ਇਲੈਕਸ਼ਨਾਂ ਦੀ ਗੱਲ ਕਰੂਗਾ ਤਾਂ ਹਾਸਰ BJP ਵਾਲਾ ਹੋਊਗਾ, ਚੜੂੰਨੀ ਵਾਲਾ ਹੋਊਗਾ, ਸ਼੍ਰੋਮਣੀ ਅਕਾਲੀ ਦਲ ਵਾਲਾ ਹੋਊਗਾ। ਪਰ ਅਜੇ ਤੱਕ ਇਹ ਕੋਈ ਕਹਿ ਨਹੀਂ ਸਕਦਾ ਕਿ ਜੋਗਿੰਦਰ ਯਾਦਵ ਨੇ ਇਸ ਮੋਰਚੇ ਦੌਰਾਨ ਇਲੈਕਸ਼ਨਾਂ ਦੀ ਕੋਈ ਗੱਲ ਕੀਤੀ ਹੋਵੇ, ਕਿਉਂਕਿ ਉਹ ਪਹਿਲਾਂ ਵੀ ਚੋਣਾਂ ਲੜ ਚੁੱਕੇ ਨੇ ਜੋਗਿੰਦਰ ਯਾਦਵ ਦੀ। ਦੇਖੋ, ਪਹਿਲਾਂ ਚੋਣਾਂ ਤਾਂ ਬਹੁਤ ਸਾਡੇ ਨਾਲ ਬਹੁਤ ਜਰਨੈਲ ਸਿੰਘ ਮਾਨਸਾ, ਉਹਨਾਂ ਦੀ ਜਿਹੜੀ CPI ਹੈਗੀ ਲਿਬਰੇਸ਼ਨ, ਉਹ ਚੋਣਾਂ ਲੜਦੀ ਹੈ। ਉਦੋਂ ਬਾਅਦ ਜਿਹੜਾ ਮਤਲਬ ਰਜਿੰਦਰ ਹੈ ਦੀਪ ਸਿੰਘ ਵਾਲਾ, ਕਿਰਤੀ ਕਿਸਾਨ ਯੂਨੀਅਨ, ਉਹ ਚੋਣਾਂ ਲੜਦੀ ਹੈ। ਕੁਲਵੰਤ ਸੰਧੂ ਵਾਲੀ ਪਾਰਟੀ ਆ, ਉਹ ਚੋਣਾਂ ਲੜਦੀ ਹੈ। ਅਤੇ ਕਈ ਹੋਰ ਹੈ ਜੀ ਮਤਲਬ ਜਿਹੜੀਆਂ ਖੱਬੇ ਪੱਕੀਆਂ ਦੀਆਂ ਜਥੇਬੰਦੀਆਂ, ਉਹ ਚੋਣਾਂ ਲੜਦੀਆਂ। ਪਰ ਮੋਰਚੇ ਨੇ ਫੈਸਲਾ ਕਰ ਲਿਆ ਕਿ ਜਿੰਨਾ ਚਿਰ ਮੋਰਚਾ ਨਹੀਂ ਜਿੱਤਿਆ ਜਾਂਦਾ ਇਲੈਕਸ਼ਨਾਂ ਦੀ ਗੱਲ ਨਹੀਂ ਕਰਨੀ। ਉਹਨਾਂ ਨੇ ਨਹੀਂ ਕੀਤੀ।
ਅਗਰ ਜੇ ਕੋਈ ਕਰੂਗਾ ਹਸਰ ਸਾਰਿਆਂ ਦਾ ਉਹੀ ਹੋਊਗਾ, ਪਰ ਕਿਸੇ ਨੇ ਕਰਿਆ ਨਹੀਂ ਅੱਜ ਤੱਕ। ਇਹਦੀ ਜੇ ਉਲੰਘਣਾ ਕਰ ਰਿਹਾ ਤਾਂ ਚੜੂਨੀ ਕਰ ਰਿਹਾ, ਹੋਰ ਕਿਸੇ ਨੇ ਨਹੀਂ ਕੀਤੀ ਹੈ। ਕੋਈ ਵੀ ਹੋਵੇ, ਉਹ ਚਾਹੇ ਦੀ ਰਾਜੇਵਾਲ ਹੋਵੇ ਜਿਹੜਾ ਸੀਨੀਅਰ ਲੀਡਰ। ਰਾਜੇਵਾਲ ਨੂੰ ਛੱਡੋ, ਮੈਂ ਵੀ ਕਿਉਂ ਨਾ ਹੋਵਾਂ। ਸਾਡੀ ਜਥੇਬੰਦੀ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਹੀਂ ਲੈਂਦੀ, ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ, ਪਰ ਮੈਂ ਇਸ ਅੰਦੋਲਨ ਦੀ ਜਿੱਤ ਦਾ ਸਿਹਰਾ ਲੈ ਕੇ ਮੈਂ ਲੋਕਾਂ ਦੇ ਵਿੱਚ ਜਾ ਕੇ ਇਕੱਲਾ ਐਲਾਨ ਕਰਾਂ ਕਿ ਡਕਾਉਂਦਾ ਮਤਲਬ ਐਤਕੀ ਇਲੈਕਸ਼ਨਾਂ ਲੜੂਗੀ, ਤੁਸੀਂ ਡਕਾਉਂਦਾ ਨੂੰ ਵੋਟਾਂ ਪਾ ਦਿਓ, ਮੈਂ ਭਾਗੀਦਾਰ ਹੋਊਂਗਾ ਉਹਦੇ ਵਿੱਚ। ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਬਣਦਾ ਜਿਹੜੇ ਨੌਜਵਾਨ ਤੁਹਾਡੇ ਨਾਲ ਮੋਢਾ ਜੋੜ ਕੇ ਖੜੇ ਇੱਕ ਟਾਈਮ ਦੇ ਲਈ। ਬੇਸ਼ੱਕ ਮੋਰਚੇ ਤੋਂ ਅਲੱਗ ਕਰ ਦਿੱਤੇ ਗਏ ਉਹ ਨੌਜਵਾਨ। ਬਿਲਕੁਲ ਨਹੀਂ, ਨਾ ਤਾਂ ਅਸੀਂ ਮੋਰਚੇ ਦੇ ਵਿੱਚੋਂ ਅਲੱਗ ਕੀਤੇ ਆ। ਕੱਲ੍ਹ ਨੂੰ ਤੁਸੀਂ ਸਰਵੇ ਕਰ ਲਓ ਕਿ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਕਿੰਨੇ ਨੌਜਵਾਨ ਹੈ। ਇਕੱਲੇ ਨੌਜਵਾਨਾਂ ਦਾ ਨਹੀਂ ਧੰਨਵਾਦ ਕਰਦੇ, ਅਸੀਂ ਤਾਂ ਆਵਾਮ ਦਾ ਧੰਨਵਾਦ ਕਰਦੇ ਹਾਂ। ਉਹ ਹਿੰਦੂ ਹੈ, ਆਹ ਲੰਗਰ ਲਾਇਆ ਹੋਇਆ ਸਾਡੇ ਸਾਹਮਣੇ, ਉਹ ਮੁਸਲਮਾਨ ਹੈ, ਪਕੌੜਾ ਚੌਂਕ ਦੇ ਵਿੱਚ ਲੰਗਰ ਲਾਇਆ ਹੋਇਆ, ਮੈਂ ਫੋਟੋਆਂ ਦਿਖਾ ਸਕਦਾ। ਹਰਿਆਣੇ ਵਾਲੇ ਆ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਪੂਰੇ ਆਵਾਮ ਨੇ ਇਹਦੇ ਵਿੱਚ ਹਿੱਸਾ ਪਾਇਆ। ਅਸੀਂ ਸਾਰਿਆਂ ਦਾ NRI ਵੀਰ ਆ ਜਿਹੜੇ ਸਾਡੇ, ਉਹਨਾਂ ਨੇ ਬਹੁਤ ਯੋਗਦਾਨ ਪਾਇਆ ਇਹਦੇ ਵਿੱਚ। ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਹੈ, ਬੜਾ ਵੱਡਾ ਯੋਗਦਾਨ ਹੈ ਉਹਨਾਂ ਦਾ। ਜਿਹੜੇ ਬਹਾਦਰਗੜ੍ਹ ਵਾਲੇ, ਸਿੰਘੂ ਬਾਰਡਰ ਵਾਲੇ ਜਿੰਨੇ ਵੀ ਲੋਕ ਹੈ, ਉਹ ਇੰਡਸਟਰੀ ਵਾਲੇ ਹੋਣ, ਉਹ ਪੈਟਰੋਲ ਪੰਪਾਂ ਵਾਲੇ ਹੋਣ, ਉਹ ਹਸਪਤਾਲਾਂ ਵਾਲੇ ਹੋਣ। ਮੈਂ ਤਾਂ ਜਿੱਦਾਂ ਆਇਆ ਨਾ ਇੱਥੇ, ਮੈਨੂੰ ਫਿਕਰ ਤਿੰਨ ਗੱਲਾਂ ਦਾ ਸੀ ਕਿ ਦਿੱਲੀ ਦਾ ਪਾਣੀ ਖਰਾਬ ਹੈ, ਸਾਥੋਂ ਪਾਣੀ ਕਿੱਥੋਂ ਲਵਾਂਗੇ। ਪੰਜਾਬ ਦੇ ਵਿੱਚ ਦੁੱਧ ਆ ਜਾਂਦਾ, ਮਗਰ ਦੁੱਧ ਕਿੱਥੋਂ ਆਊਗਾ। ਅਤੇ ਦੂਸਰਾ ਹੈਗਾ ਜਿਹੜਾ ਫਲੱਸ ਦਾ ਸਵਾਲ, ਬਾਥਰੂਮ ਦਾ, ਉਹਦਾ ਕੀ ਕਰਾਂਗੇ। ਖੁੱਲ੍ਹੇ ਥਾਂ ਨਹੀਂ ਜਾ ਰਹੇ ਸੀ, ਦਿੱਲੀ ਦੇ ਵਿੱਚ ਜਾ ਰਹੇ ਹਾਂ। ਪਰ ਮੈਂ ਸਦਕੇ ਜਾਵਾਂ ਹਰਿਆਣੇ ਵਾਲਿਆਂ ਦੇ, ਜਿਨ੍ਹਾਂ ਨੇ ਦੁੱਧ ਦੀਆਂ ਨਹਿਰਾਂ ਵਗਾਤੀਆਂ। ਅਤੇ ਪਾਣੀ ਜਿਹੜੀਆਂ ਧਾਰਮਿਕ ਸੰਸਥਾਵਾਂ, ਉਹ ਹਿੰਦੂਆਂ ਦੀ ਆ, ਉਹ ਸਿੱਖਾਂ ਦੀ ਆ, ਉਹ ਮੁਸਲਮਾਨ ਭਾਈਚਾਰੇ ਦੀ ਆ, ਉਹ ਈਸਾਈਆਂ ਦੀ ਹੈ। ਉਹਨਾਂ ਨੇ ਟਰੱਕਾਂ ਦੇ ਟਰੱਕ ਭੇਜੇ ਸਾਡੇ ਕੋਲੇ, ਪਾਣੀ ਦੀਆਂ ਨਹਿਰਾਂ ਵਗਾਤੀਆਂ। ਉਦੋਂ ਬਾਅਦ ਫਲੈਕਸਾਂ ਦਾ ਕੰਮ ਖੜਾ ਸੀਗਾ। ਮੈਂ ਤਾਂ ਸਦਕੇ ਜਾਂਦਾ, ਮਤਲਬ ਜਿੱਥੇ ਅਸੀਂ ਆਏ 3 ਦਿਨ ਇਹਨਾਂ ਨੇ ਦੁਕਾਨਾਂ ਨਹੀਂ ਖੋਲ੍ਹੀਆਂ। ਇਹਨਾਂ 'ਤੇ ਦਹਿਸ਼ਤ ਸੀ ਕਿ ਜਿਹੜੇ ਹਰਿਆਣੇ ਵਾਲੇ ਅੰਦੋਲਨ, ਜਾਟ ਅੰਦੋਲਨ ਹੈ, ਉਹਦਾ ਪਰਛਾਵਾ ਸੀ ਇਹਨਾਂ 'ਤੇ। ਪਰ 3 ਦਿਨਾਂ ਬਾਅਦ ਉਹਨਾਂ ਨੇ ਦੁਕਾਨਾਂ ਖੋਲ੍ਹੀਆਂ। ਸਾਰੇ ਜਿੰਨੇ ਪੰਪ ਹੈ, ਜਿੰਨੇ ਹਸਪਤਾਲ ਹੈ, ਜਿੰਨੀ ਇੰਡਸਟਰੀ ਹੈ, ਮੈਂ ਤਾਂ ਇਹ ਵੀ ਕਹੂੰਗਾ ਜਿਹੜੇ ਨਿੱਜੀ ਘਰ ਹੈ, ਉਹਨਾਂ ਨੇ ਫਲੱਸ਼ਾਂ ਔਰ ਬਾਥਰੂਮ ਖੋਲ੍ਹਤੇ ਕਿ ਇਹਨਾਂ ਨੂੰ ਵਰਤੋ, ਤੁਸੀਂ ਸਾਡੇ ਭਾਈ ਹੋ। ਇੱਦੋਂ ਵੱਡਾ ਸਾਨੂੰ ਸਹਿਯੋਗ ਹੋਰ ਕੀ ਹੋ ਸਕਦਾ। ਇੱਥੇ ਨਾ ਪਿੰਨੀਆਂ ਦਾ ਤੋੜਾ, ਨਾ ਬਦਾਮਾਂ ਦੇ ਲੰਗਰ ਦਾ ਤੋੜਾ, ਨਾ ਦੇਸੀ ਘਿਓ ਦੀਆਂ ਜਲੇਬੀਆਂ ਦਾ ਤੋੜਾ, ਨਾ ਕੰਬਲਾਂ ਦਾ ਤੋੜਾ, ਨਾ ਰਜਾਈਆਂ ਦਾ ਤੋੜਾ, ਨਾ ਇੱਥੇ ਪੱਖਿਆਂ ਦਾ ਤੋੜਾ, ਨਾ ਇੱਥੇ ਕੂਲਰਾਂ ਦਾ ਤੋੜਾ। ਮੈਂ ਕਹਿੰਦਾ ਅਜਿਹਾ ਅੰਦੋਲਨ ਹਿਸਟਰੀ ਦੇ ਵਿੱਚ ਕੋਈ ਹੋ ਹੀ ਨਹੀਂ ਸਕਦਾ ਜਿੰਨਾ ਆਵਾਮ ਨੇ ਸਾਨੂੰ ਇਹਦੇ ਵਿੱਚ ਹਿੱਸਾ ਪਾਇਆ। ਹਾਂ, ਉਹ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਇੱਕ ਅਹਿਮ ਸਵਾਲ ਇਹ ਆ ਕਿ ਬਾਰ-ਬਾਰ ਤੁਸੀਂ ਫੇਰ ਕਹੋਗੇ ਕਿ ਗੁਰਨਾਮ ਸਿੰਘ ਚੜੂਨੀ ਦੀ ਗੱਲ ਕਿਉਂ ਹੋ ਰਹੀ ਆ, ਕਿਉਂਕਿ ਇਹ ਤਾਂ ਹੋ ਰਹੀ ਆ ਕਿ 26 ਜਨਵਰੀ ਤੋਂ ਬਾਅਦ 2 ਨੌਜਵਾਨਾਂ ਨੂੰ ਸਟੇਜ ਤੋਂ, ਸੰਯੁਕਤ ਮੋਰਚੇ ਦੀ ਤੋਂ, ਸਿੰਘੂ ਬਾਰਡਰ ਵਾਲੀ ਤੋਂ ਭੰਡਿਆ ਗਿਆ ਸੀਗਾ। ਉਹਨਾਂ ਨੌਜਵਾਨਾਂ ਨੂੰ ਭੰਡਣ ਦੇ ਕਾਰਨ ਕਾਫੀ ਅੰਦੋਲਨ ਦੇ ਵਿੱਚ ਉਤਰਾਅ ਆਇਆ ਸੀ ਇੱਕ ਵਾਰ ਦੇ ਲਈ। ਜੇਕਰ ਹੁਣ ਗੁਰਨਾਮ ਸਿੰਘ ਚੜੂਨੀ ਨੂੰ ਇਸ ਤਰ੍ਹਾਂ ਕੋਸ਼ਿਸ਼ਾਂ ਕਰੀਆਂ ਜਾ ਰਹੀਆਂ ਨੇ ਕਿ ਕਾਲੀਆਂ ਝੰਡੀਆਂ ਦਿਖਾਈਆਂ ਜਾਣੀਆਂ, ਕਿਤੇ ਫੇਰ ਤਾਂ ਨਹੀਂ ਉਹ ਗੱਲ ਹੋ ਜਾਏਗੀ। ਬਿਲਕੁਲ, ਜਦੋਂ ਮੋਰਚਾ ਸਮਾਪਤ ਹੋ ਗਿਆ, ਕੋਈ ਵੀ ਤੁਰਿਆ ਫਿਰ ਇਲੈਕਸ਼ਨਾਂ ਲਈ ਸਾਡੇ ਲਈ ਕੀ ਸਵਾਲ ਹੈ ਇਹ। ਉਹ ਚੜੂਨੀ ਜਾਵੇ, ਉਹ ਟਕੈਤ ਜਾਵੇ, ਉਹ ਮੈਂ ਜਾਵਾਂ, ਉਹ ਹੋਰ ਜੱਥੀਆਂ ਬੰਦੀਆਂ ਜਾਣ, ਸਾਡੇ ਲਈ ਕੀ ਸਵਾਲ ਹੈ ਇਹ। ਆਪੋ ਆਪਣੇ ਲਈ ਆਜ਼ਾਦ ਥੰਮ 'ਤੇ ਅਸੀਂ ਜਾਵਾਂਗੇ। ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਬਾਰ-ਬਾਰ, ਅਸੀਂ ਵਾਦ ਵਿਵਾਦਾਂ ਦੇ ਵਿੱਚ ਪੈਣਾ ਨਹੀਂ ਚਾਹੁੰਦੇ। ਇੱਕ ਇਸ ਪਿਛਲੀ ਜਿਹੜੀ ਮੌਜੂਦਾ ਸਦੀ ਹੈ, ਉਹਦੀ ਇਤਿਹਾਸਕ ਜਿੱਤ ਹੋ ਚੁੱਕੀ ਹੈ। ਇਹ ਇਤਿਹਾਸ ਦੇ ਵਿੱਚ ਦਰਜ ਹੋਊਗਾ ਅੰਦੋਲਨ। ਅਸੀਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਕਿਸੇ ਵਾਦ ਵਿਵਾਦ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ, ਤਾਂ ਕਿ ਮਤਲਬ ਜਿਹੜਾ ਸਾਡਾ ਇਹ ਐਡੀ ਵੱਡੀ ਮਹਾਨ ਜਿੱਤ ਹੈ, ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਕਰਕਰਾ ਸ਼ਬਦ ਆਵੇ। ਇਸ ਕਰਕੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ। ਤਾਂ ਬਹੁਤ ਧੰਨਵਾਦ ਕਰਾਂਗੇ। ਅਸੀਂ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਨਾਲ ਬੈਠੇ ਹੋਏ ਸੀ। ਕਾਫੀ ਖੁੱਲ੍ਹ ਕੇ ਗੱਲਾਂ ਹੋਈਆਂ ਨੇ, ਤਮਾਮ ਉਹ ਗੱਲਾਂ ਹੋਈਆਂ ਨੇ ਜਿਹੜੀਆਂ ਗੱਲਾਂ ਨੂੰ ਲੈ ਕੇ ਸਵਾਲ ਖੜੇ ਕਰੇ ਜਾ ਰਹੇ ਸੀ ਕਿ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ, ਪਰ ਜਿਹੜੇ ਇਹ ਸਵਾਲ ਖੜੇ ਕੀਤੇ ਸੀਗੇ ਕਿ ਹੁਣ ਜਥੇਬੰਦੀਆਂ ਵਾਪਸ ਆਉਣਗੀਆਂ ਜਾਂ ਉਹ ਲੋਕਾਂ ਨੂੰ ਵਾਪਸ ਭੇਜਣਗੀਆਂ ਤੇ ਆਪ ਉੱਥੇ ਬੈਠਣਗੇ ਆਗੂ, ਉਹ ਸਭ ਗੱਲਾਂ ਜਿਹੜੀਆਂ ਕਿ ਕਲੀਅਰ ਹੁੰਦੀਆਂ ਨਜ਼ਰ ਆ ਰਹੀਆਂ ਨੇ। ਤਾਂ ਬੂਟਾ ਸਿੰਘ ਬੁਰਜਗਿੱਲ ਨੇ ਇਹ ਵੀ
ਸਾਫ਼ ਤੇ ਸਪਸ਼ਟ ਕਰਤਾ ਕਿ ਕੋਈ ਵੀ ਹੋਵੇ, ਉਹ ਚਾਹੇ ਦੀ ਬੂਟਾ ਸਿੰਘ ਬੁਰਜਗਿੱਲ ਖੁਦ ਕਿਉਂ ਨਾ ਹੋਵੇ, ਜੇਕਰ ਚੋਣਾਂ ਦੀ ਗੱਲ ਕਰੇਗਾ ਤਾਂ ਉਹਦਾ ਵੀ ਵਿਰੋਧ ਕਰਨਾ ਬਣਦਾ ਗਾ। ਤਾਂ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਜਾਂ ਹਰਿਆਣੇ ਦੇ ਲੋਕ ਜਾਂ ਇਸ ਦੇਸ਼ ਦੇ ਲੋਕ ਕਿੰਨਾ ਕੁ ਸਾਥ ਦਿੰਦੇ ਨੇ ਇਸ ਸੰਯੁਕਤ ਮੋਰਚੇ ਦਾ, ਇਹਨਾਂ ਕਿਸਾਨ ਆਗੂਆਂ ਦਾ। ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਅਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।